ओशो ਦਾ ਪ੍ਰਵਚਨ ਹੈ ਉਦਾਰ ਗਿਆਨ ਤੋਂ ਮੁਕਤੀ। ਇੱਕ ਵੱਡੇ ਰਾਜ ਦਾ ਮੁੱਖ ਮੰਤਰੀ ਮਰ ਗਿਆ ਸੀ। ਉਸ ਰਾਜ ਦਾ ਨਿਯਮ ਸੀ ਕਿ ਮੁੱਖ ਮੰਤਰੀ ਦੀ ਚੋਣ ਦੇਸ਼ ਵਿੱਚ ਜੋ ਸਭ ਤੋਂ ਜ਼ਿਆਦਾ ਬੁੱਧੀਮਾਨ ਆਦਮੀ ਹੋਵੇ ਉਹਦੀ ਭਾਲ ਕਰਕੇ ਕੀਤੀ ਜਾਂਦੀ ਸੀ। ਸਾਰੇ ਦੇਸ਼ 'ਚ ਇਮਤਿਹਾਨ ਹੋਏ, 3 ਬੁੱਧੀਮਾਨ ਲੋਕ ਭਾਲੇ ਗਏ। ਅੰਤਿਮ ਇਮਤਿਹਾਨ ਹੋਏਗਾ ਤੇ ਉਹਨਾਂ ਤਿੰਨਾਂ ਵਿੱਚੋਂ ਜੋ ਸਭ ਤੋਂ ਜ਼ਿਆਦਾ ਬੁੱਧੀਮਾਨ ਸਾਬਤ ਹੋਏਗਾ ਉਹ ਵੱਡਾ ਵਜ਼ੀਰ ਬਣੇਗਾ। ਅੰਤਿਮ ਪ੍ਰੀਖਿਆ ਲਈ ਉਹ ਤਿੰਨੇ ਵਿਅਕਤੀ ਰਾਜਧਾਨੀ ਆਏ। ਤਿੰਨੋਂ ਫਿਕਰਮੰਦ ਰਹੇ ਹੋਣਗੇ। ਜੀਵਨ ਮਰਨ ਦਾ ਸਵਾਲ ਸੀ। ਉਹ ਤਿੰਨੋਂ ਚਾਹੁੰਦੇ ਸਨ ਕਿ ਸ਼ਾਇਦ ਕਿਤਿਓਂ ਪਤਾ ਲੱਗ ਜਾਏ ਕਿ ਪ੍ਰੀਖਿਆ 'ਚ ਕੀ ਪ੍ਰਸ਼ਨ ਆਉਣ ਵਾਲੇ ਹਨ। ਉਹ ਨਗਰ 'ਚ ਆਏ ਤਾਂ ਹੋਰ ਵੀ ਹੈਰਾਨ ਹੋਏ। ਨਗਰ 'ਚ ਇੱਕ ਰਾਜਧਾਨੀ ਦੇ ਨਿਵਾਸੀ ਨੂੰ ਪਤਾ ਸੀ ਕਿ ਪ੍ਰੀਖਿਆ ਕੀ ਹੋਣ ਵਾਲੀ ਹੈ। ਜਿਸ ਨੇ ਵੀ ਪੁੱਛਿਆ ਉਹਨੇ ਕਿਹਾ ਨਿਸ਼ਚਿੰਤ ਰਹੋ, ਰਾਜੇ ਨੇ ਬਹੁਤ ਦਿਨਾਂ ਤੋਂ ਇੱਕ ਭਵਨ ਬਣਾ ਰੱਖਿਆ ਹੈ। ਉਸ ਭਵਨ 'ਚ ਕੱਲ੍ਹ ਤਿੰਨਾਂ ਨੂੰ ਬੰਦ ਕਰਤਾ ਜਾਏਗਾ। ਉਸ ਭਵਨ ਦੇ ਦੁਆਰ 'ਤੇ ਉਹਨੇ ਇੱਕ ਅਜਿਹਾ ਤਾਲਾ ਲਗਵਾਇਆ ਜਿਹਦੀ ਕੋਈ ਚਾਬੀ ਨਹੀਂ ਹੈ। ਉਹ ਤਾਲਾ ਗਣਿਤ ਦੀ ਇੱਕ ਬੁਝਾਰਤ ਹੈ। ਉਸ ਬੁਝਾਰਤ ਦੇ ਅੰਕ ਤਾਲੇ ਉੱਤੇ ਖੁਦੇ ਹੋਏ ਹਨ। ਜਿਹੜਾ ਇਸ ਬੁਝਾਰਤ ਨੂੰ ਬੁੱਝ ਲਏਗਾ ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਆਏਗਾ ਤੇ ਜੋ ਪਹਿਲਾਂ ਬਾਹਰ ਨਿਕਲੇਗਾ ਉਹ ਵੱਡਾ ਵਜ਼ੀਰ ਬਣ ਜਾਏਗਾ। ਉਹ ਤਿੰਨੋਂ ਹੀ ਨਾ ਤਾਂ ਕੋਈ ਚੋਰ ਸਨ ਕਿ ਤਾਲੇ ਦੇ ਸਬੰਧ 'ਚ ਸਮਝਦੇ ਹੋਣ, ਨਾ ਕੋਈ ਇੰਜੀਨੀਅਰ ਸਨ, ਨਾ ਹੀ ਗਣਿਤ ਦੇ ਕੋਈ ਜਾਣਕਾਰ ਸਨ। ਇਹਨਾਂ 'ਚੋਂ ਇੱਕ ਤਾਂ ਜਾ ਕੇ ਜਿੱਥੇ ਠਹਿਰਾਇਆ ਗਿਆ ਸੀ ਉੱਥੇ ਚੁੱਪਚਾਪ ਚਾਦਰ ਲੈ ਕੇ ਸੌਂ ਗਿਆ। 2 ਮਿੱਤਰਾਂ ਨੇ ਸੋਚਿਆ ਕਿ ਸ਼ਾਇਦ ਇਹਨੇ ਪ੍ਰੀਖਿਆ ਦੇਣ ਦਾ ਖਿਆਲ ਛੱਡ ਦਿੱਤਾ ਹੈ। 2 ਬਹੁਤ ਪਰੇਸ਼ਾਨ ਸਨ। ਭੱਜਦੇ ਹੋਏ ਰਾਜਧਾਨੀ 'ਚ ਗਏ, ਤਾਲੇ ਵਾਲਿਆਂ ਨੂੰ ਮਿਲੇ, ਗਣਿਤ ਗਿਆਨੀਆਂ ਨੂੰ ਮਿਲੇ, ਇੰਜੀਨੀਅਰਾਂ ਨੂੰ ਮਿਲੇ, ਕੁਝ ਕਿਤਾਬਾਂ ਬੁਝਾਰਤਾਂ ਦੀਆਂ ਲਿਆਏ। ਸਾਰੀ ਰਾਤ ਕਿਤਾਬਾਂ ਪੜ੍ਹਦੇ ਰਹੇ। ਅਜੀਬ ਜਿਹੀ ਗੱਲ ਸੀ, ਕਦੀ ਤਾਲਿਆਂ ਦੇ ਸਬੰਧ 'ਚ ਸੋਚਿਆ ਨਹੀਂ ਸੀ ਕਿਵੇਂ ਤਾਲਾ ਖੋਲਾਂਗੇ। ਸਾਰੀ ਰਾਤ ਨਾ ਸੁੱਤੇ। ਇੱਕ ਹੀ ਰਾਤ ਦੀ ਗੱਲ ਸੀ ਤੇ ਕੱਲ੍ਹ ਜ਼ਿੰਦਗੀ ਭਰ ਲਈ ਇੱਕ ਵੱਡੀ ਜਾਇਦਾਦ, ਇੱਕ ਵੱਡਾ ਸਨਮਾਨ, ਇੱਕ ਵੱਡਾ ਅਹੁਦਾ ਮਿਲ ਜਾਂਦਾ। ਦੋਹਾਂ ਨੇ ਸਾਰੀ ਰਾਤ ਬਹੁਤ ਤਿਆਰੀ ਕੀਤੀ, ਇੰਨੀ ਤਿਆਰੀ ਕੀਤੀ ਸਾਰੀ ਰਾਤ ਨਾ ਸੁੱਤੇ, ਕਿਤਾਬਾਂ ਹੀ ਕਿਤਾਬਾਂ, ਬੁਝਾਰਤਾਂ, ਗਣਿਤ, ਕਿ ਸਵੇਰੇ ਉਹਨਾਂ ਦੀ ਅਜਿਹੀ ਹਾਲਤ ਹੋ ਗਈ ਜਿਵੇਂ ਪ੍ਰੀਖਿਆ ਦੇਣ ਵਾਲੇ ਦੀ ਆਮ ਤੌਰ 'ਤੇ ਹੋ ਜਾਂਦੀ ਹੈ। ਉਹਨਾਂ ਤੋਂ ਜੇ ਕੋਈ ਪੁੱਛਦਾ ਹੈ ਕਿ 2 ਤੇ 2 ਕਿੰਨੇ ਹੁੰਦੇ ਹਨ ਤਾਂ ਉਹ ਦੱਸ ਨਹੀਂ ਸਕਦੇ। ਫਿਰ ਉਹ ਰਾਜ ਮਹਿਲ ਵੱਲ ਚੱਲੇ। ਉਹ ਜੋ ਸਾਥੀ ਸੁੱਤਾ ਹੋਇਆ ਸੀ ਉੱਠ ਖੜਾ ਹੋਇਆ, ਗਾਣਾ ਗਾਉਂਦਾ ਰਿਹਾ। ਇਸ਼ਨਾਨ ਕੀਤਾ, ਉਹ ਵੀ ਉਹਨਾਂ ਦੇ ਪਿੱਛੇ ਟੁਰ ਪਿਆ। ਉਹਨਾਂ ਦੋਹਾਂ ਨੇ ਸੋਚਿਆ ਇਹ ਆਦਮੀ ਕੀ ਕਰੇਗਾ। ਇਸ ਨੇ ਕੋਈ ਤਿਆਰੀ ਨਹੀਂ ਕੀਤੀ। ਲੇਕਿਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਜੋ ਤਿਆਰੀ ਨਹੀਂ ਕਰਦੇ ਉਹ ਕੁਝ ਕਰ ਲੈਂਦੇ ਹਨ, ਤੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਜੋ ਤਿਆਰੀ ਕਰਦੇ ਹਨ ਉਹ ਪਛੜ ਜਾਂਦੇ ਹਨ। ਉਹ ਤਿੰਨੇ ਰਾਜ ਮਹਿਲ ਪਹੁੰਚੇ। ਅਫਵਾਹ ਸੱਚ ਸੀ। ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਗਿਆ ਤੇ ਸਮਰਾਟ ਨੇ ਕਿਹਾ, ਇਹ ਤਾਲਾ ਲੱਗਿਆ, ਇਸ ਤਾਲੇ ਦੀ ਕੋਈ ਚਾਬੀ ਨਹੀਂ ਹੈ। ਜੇ ਕੋਈ ਇਹਦੀ ਬੁਝਾਰਤ ਨੂੰ ਹੱਲ ਕਰ ਲਏ, ਜੋ ਅੰਕ ਇਸ ਉੱਪਰ ਖੁਦੇ ਹਨ, ਤਾਂ ਬਾਹਰ ਨਿਕਲ ਆਉਣਾ। ਜੋ ਪਹਿਲਾਂ ਨਿਕਲ ਆਏਗਾ ਉਹ ਵਜ਼ੀਰ ਬਣ ਜਾਏਗਾ। ਮੈਂ ਬਾਹਰ ਉਡੀਕ ਕਰਦਾ। ਉਹ ਤਿੰਨੋਂ ਅੰਦਰ ਬੰਦ ਕਰ ਦਿੱਤੇ ਗਏ। 2 ਤਾਂ ਆਪਣੇ ਕੱਪੜਿਆਂ ਵਿੱਚ ਕਿਤਾਬਾਂ ਲੁਕੋ ਕੇ ਲਿਆਏ ਸੀ। ਉਹਨਾਂ ਨੇ ਆਪਣੀਆਂ ਕਿਤਾਬਾਂ ਕੱਢ ਕੇ ਸਵਾਲ ਹੱਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਜਿਹੜਾ ਸਾਰੀ ਰਾਤ ਸੁੱਤਾ ਰਿਹਾ ਸੀ ਉਹ ਫਿਰ ਇੱਕ ਨੁੱਕਰ 'ਚ ਅੱਖਾਂ ਬੰਦ ਕਰਕੇ ਬੈਠ ਗਿਆ। ਉਹ ਦੋਵੇਂ ਹੈਰਾਨ ਹੋਏ, ਇਹ ਆਦਮੀ ਕਾਹਦੇ ਵਾਸਤੇ ਆਇਆ? ਸਾਰੀ ਰਾਤ ਸੁੱਤਾ ਰਿਹਾ, ਹੁਣ ਜਦੋਂ ਕਿ ਸਵਾਲ ਹੱਲ ਕਰਨ ਦਾ ਸਮਾਂ ਆਇਆ ਉਦੋਂ ਵੀ ਅੱਖਾਂ ਬੰਦ ਕਰਕੇ ਬੈਠ ਗਿਆ। ਇਸ ਆਦਮੀ ਨੂੰ ਹੋ ਕੀ ਗਿਆ? ਲੇਕਿਨ ਉਹਦੀ ਫਿਕਰ ਕਰਨੀ ਉਚਿਤ ਨਹੀਂ ਸੀ। ਚੰਗਾ ਹੀ ਸੀ ਕਿ ਉਹ ਇਸ ਵਿੱਚ ਸ਼ਾਮਲ ਨਾ ਹੋਵੇ, ਮੁਕਾਬਲੇ 'ਚ ਨਾ ਆਏ। ਚੰਗਾ ਹੀ ਹੈ, ਦੋਹਾਂ ਦੇ ਵਿੱਚ ਫੈਸਲਾ ਹੋ ਜਾਏ। ਉਹ ਦੋਵੇਂ ਸਵਾਲ ਹੱਲ ਕਰਨ ਲੱਗੇ। ਉਹ ਆਦਮੀ ਅੱਧੇ ਘੰਟੇ ਤੱਕ ਚੁੱਪ ਬੈਠਾ ਰਿਹਾ। ਉਸ ਆਦਮੀ ਨੇ ਕੁਝ ਵੀ ਨਾ ਕੀਤਾ। ਉਹ ਬਿਲਕੁਲ ਹੀ ਚੁੱਪਚਾਪ ਬੈਠਾ ਸੀ। ਉਹਦੇ ਹੱਥ ਪੈਰ ਵੀ ਨਾ ਹਿੱਲੇ, ਉਹਦੀ ਅੱਖ ਵੀ ਨਾ ਫਰਕੀ। ਫਿਰ ਅਚਾਨਕ ਉਹ ਉੱਠਿਆ, ਦਰਵਾਜ਼ੇ ਕੋਲ ਆਇਆ, ਦਰਵਾਜ਼ੇ ਨੂੰ ਧੱਕਾ ਮਾਰਿਆ। ਦਰਵਾਜ਼ੇ ਨੂੰ ਤਾਲਾ ਲੱਗਿਆ ਨਹੀਂ ਸੀ ਹੋਇਆ। ਉਹ ਬਾਹਰ ਨਿਕਲ ਆਇਆ। ਸਮਰਾਟ ਉਹਨੂੰ ਲੈ ਕੇ ਅੰਦਰ ਆਇਆ ਤੇ ਉਹਨੇ ਕਿਹਾ, ਮਿੱਤਰੋ ਹੁਣ ਬੰਦ ਕਰ ਦਿਓ। ਜਿਹਨੇ ਨਿਕਲਣਾ ਸੀ ਉਹ ਨਿਕਲ ਗਿਆ। ਉਹ ਦੋਵੇਂ ਬਹੁਤ ਹੈਰਾਨ ਹੋਏ। ਉਹਨਾਂ ਨੇ ਕਿਹਾ, ਇਹ ਆਦਮੀ ਨਿਕਲ ਗਿਆ ਜਿਹਨੇ ਕੁਝ ਵੀ ਨਹੀਂ ਕੀਤਾ, ਇਹ ਨਿਕਲਿਆ ਕਿਵੇਂ? ਸਮਰਾਟ ਨੇ ਕਿਹਾ ਕਿ ਤਾਲਾ ਲੱਗਿਆ ਨਹੀਂ ਸੀ, ਸਿਰਫ ਦਰਵਾਜ਼ਾ ਅਟਕਿਆ ਹੋਇਆ ਸੀ ਤੇ ਅਸੀਂ ਸਿਆਣਪ ਦੇ ਇਮਤਿਹਾਨ ਦੀ ਉਡੀਕ ਕਰ ਰਹੇ ਸਾਂ। ਤੇ ਸਿਆਣਪ ਦਾ ਪਹਿਲਾ ਲੱਛਣ ਇਹ ਹੈ ਕਿ ਸਵਾਲ ਨੂੰ ਹੱਲ ਕਰਨ ਤੋਂ ਪਹਿਲਾਂ ਸਮਝ ਲੈਣਾ ਚਾਹੀਦਾ ਹੈ ਕਿ ਸਵਾਲ ਹੈ ਜਾਂ ਨਹੀਂ।
ਜੇ ਸਵਾਲ ਨਾ ਹੋਇਆ ਤਾਂ ਹੱਲ ਕਰਨ ਦੀ ਕਿਸੇ ਵੀ ਕੋਸ਼ਿਸ਼ ਤੋਂ ਕਦੀ ਹੱਲ ਨਹੀਂ ਨਿਕਲ ਸਕੇਗਾ, ਤੇ ਜੇ ਸਵਾਲ ਹੋਵੇ ਤਾਂ ਹੱਲ ਵੀ ਹੋ ਸਕਦਾ ਹੈ। ਲੇਕਿਨ ਤੁਸੀਂ ਸਿਆਣਪ ਦਾ ਪਹਿਲਾ ਲੱਛਣ ਹੀ ਨਹੀਂ ਦਿਖਾਇਆ। ਤੁਸੀਂ ਫਿਕਰ ਹੀ ਨਹੀਂ ਕੀਤੀ ਕਿ ਦਰਵਾਜ਼ਾ ਬੰਦ ਹੈ ਜਾਂ ਖੁੱਲ੍ਹਾ ਹੈ, ਤੇ ਤੁਸੀਂ ਖੋਲ੍ਹਣ ਦੀ ਕੋਸ਼ਿਸ਼ 'ਚ ਜੁਟ ਗਏ। ਕਿਵੇਂ ਤੁਸੀਂ ਖੋਲ੍ਹ ਸਕੋਗੇ? ਦਰਵਾਜ਼ਾ ਬੰਦ ਹੋਵੇ ਤਾਂ ਖੋਲ੍ਹਿਆ ਜਾ ਸਕਦਾ, ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਫਿਰ ਖੋਲ੍ਹਣ ਦਾ ਕੋਈ ਵੀ ਰਸਤਾ ਨਹੀਂ, ਕੋਈ ਵੀ ਮਾਰਗ ਨਹੀਂ। ਇਸ ਆਦਮੀ ਨੇ ਸਿਆਣਪ ਦਾ ਲੱਛਣ ਦਿਖਾਇਆ। ਇਹਨੇ ਪਹਿਲੇ ਜਾਂਚ ਕੀਤੀ ਕਿ ਦਰਵਾਜ਼ਾ ਬੰਦ ਹੈ ਜਾਂ ਖੁੱਲ੍ਹਾ, ਇਹਨੂੰ ਅਸੀਂ ਵਜ਼ੀਰ ਬਣਾ ਲੈਂਦੇ ਹਾਂ। ਉਹਨਾਂ ਦੋਹਾਂ ਨੇ ਉਸ ਆਦਮੀ ਨੂੰ ਪੁੱਛਿਆ ਕਿ ਤੂੰ ਕਿਵੇਂ ਸੋਚਿਆ ਕਿ ਦਰਵਾਜ਼ਾ ਬੰਦ ਹੈ ਜਾਂ ਖੁੱਲ੍ਹਾ? ਉਸ ਆਦਮੀ ਨੇ ਕਿਹਾ, ਮੈਂ ਰਾਤੀ ਜਦੋਂ ਮੈਨੂੰ ਪਤਾ ਲੱਗਿਆ ਕਿ ਤਾਲਾ ਖੋਲ੍ਹਣਾ ਪਏਗਾ, ਉਦੋਂ ਹੀ ਮੈਂ ਕਿਹਾ ਕਿ ਜੋ ਵੀ ਮੈਂ ਜਾਣਦਾ, ਮੇਰਾ ਕੋਈ ਵੀ ਗਿਆਨ ਇਸ ਬੁਝਾਰਤ ਨੂੰ ਹੱਲ ਕਰਨ 'ਚ ਕੰਮ ਨਹੀਂ ਆ ਸਕਦਾ, ਕਿਉਂਕਿ ਜੋ ਵੀ ਮੈਂ ਜਾਣਦਾ, ਜੋ ਵੀ ਮੈਂ ਜਾਣਿਆ, ਜੋ ਵੀ ਮੈਨੂੰ ਪਤਾ ਹੈ, ਉਸ ਨਾਲ ਉਹ ਸਵਾਲ ਹੱਲ ਕੀਤੇ ਜਾ ਸਕਦੇ ਆ ਜਿਨ੍ਹਾਂ ਤੋਂ ਮੈਂ ਜਾਣੂ ਹਾਂ। ਅਣਜਾਣੇ ਨੂੰ ਜਾਣੇ ਗਿਆਨ ਦੇ ਆਧਾਰ ਉੱਤੇ ਕਦੀ ਵੀ ਹੱਲ ਨਹੀਂ ਕੀਤਾ ਜਾ ਸਕਦਾ। ਅਗਿਆਤ ਨੂੰ ਗਿਆਤ ਗਿਆਨ ਦੇ ਆਧਾਰ ਉੱਤੇ ਕਦੀ ਹੱਲ ਨਹੀਂ ਕੀਤਾ ਜਾ ਸਕਦਾ। ਅਣਜਾਣੇ ਨੂੰ ਜਾਣੇ ਹੋਏ ਗਿਆਨ ਦੇ ਆਧਾਰ 'ਤੇ ਕਿਵੇਂ ਹੱਲ ਹੋਏਗਾ? ਜੋ ਅਸੀਂ ਜਾਣਦੇ ਹਾਂ, ਅਸੀਂ ਉਸੇ ਨੂੰ ਹੱਲ ਕਰ ਸਕਦੇ ਹਾਂ, ਉਹਦੇ ਦੁਆਰਾ ਜੋ ਅਸੀਂ ਪਿੱਛੇ ਸਿੱਖਿਆ ਹੈ। ਲੇਕਿਨ ਅਣਜਾਣਿਆ, ਅਗਿਆਤ ਹੈ, ਅਨਨੋਨ ਕੋਈ ਸਵਾਲ ਹੋਵੇ ਤਾਂ ਨੋਨ ਨਾਲ, ਜੋ ਗਿਆਤ ਗਿਆਨ ਹੈ, ਉਸ ਨਾਲ ਹੱਲ ਨਹੀਂ ਹੋ ਸਕਦਾ। ਫਿਰ ਮੈਂ ਸੋਚਿਆ ਇੱਕ ਹੀ ਰਾਹ ਹੈ ਕਿ ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂ ਅਤੇ ਜੋ ਮੈਂ ਜਾਣਦਾ ਉਹਨੂੰ ਵੀ ਭੁੱਲ ਜਾਵਾਂ, ਤਾਂ ਸ਼ਾਇਦ ਜੋ ਮੈਂ ਨਹੀਂ ਜਾਣਦਾ ਉਹਦੀ ਝਲਕ ਮੇਰੇ ਪ੍ਰਾਣਾਂ ਵਿੱਚ, ਮੇਰੇ ਮਨ 'ਚ ਆ ਜਾਏ, ਅਤੇ ਸਾਰੀ ਰਾਤ ਮੈਂ ਭੁੱਲਣ ਦੀ ਕੋਸ਼ਿਸ਼ ਕਰਦਾ ਰਿਹਾ ਉਹਨੂੰ ਜਿਹਨੂੰ ਮੈਂ ਜਾਣਦਾ, ਕਿਉਂਕਿ ਜੋ ਮੈਂ ਜਾਣਦਾ ਕਿਤੇ ਉਹਦੇ ਕਾਰਨ ਜੋ ਅਗਿਆਤ ਹੈ ਉਸ ਵਿੱਚ ਤੇ ਮੇਰੇ ਮਨ ਦੇ ਵਿਚਕਾਰ ਕੋਈ ਕੰਧ ਨਾ ਬਣਾ ਲਏ। ਮੇਰਾ ਗਿਆਨ, ਤਾਂ ਮੈਂ ਗਿਆਨ ਨੂੰ ਵਿਦਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਸਾਰੀ ਰਾਤ ਗਿਆਨ ਇਕੱਠਾ ਕੀਤਾ, ਮੈਂ ਸਾਰੀ ਰਾਤ ਗਿਆਨ ਵਿਸਾਰਿਆ। ਮੈਂ ਸਾਰੀ ਰਾਤ ਇਹੋ ਕੋਸ਼ਿਸ਼ ਕੀਤੀ ਕਿ ਸੁਬਾਹ ਤੱਕ ਮੈਂ ਬਿਲਕੁਲ ਖਾਲੀ ਹੋ ਜਾਵਾਂ ਅਤੇ ਕੋਰੀ ਸਲੇਟ ਦੀ ਤਰ੍ਹਾਂ ਜੋ ਕੁਝ ਵੀ ਨਹੀਂ ਜਾਣਦਾ ਹਾਂ, ਸਾਰੀ ਰਾਤ ਮੈਂ ਇਸ ਲਈ ਚੁੱਪ ਪਿਆ ਰਿਹਾ। ਇੱਥੇ ਆ ਕੇ ਵੀ, ਇਸ਼ਨਾਨ ਕਰਨ ਮਗਰੋਂ ਵੀ ਮੈਂ ਉਹ ਕੋਸ਼ਿਸ਼ ਕਰਦਾ ਰਿਹਾ ਕਿ ਸਭ ਕੁਝ ਭੁੱਲ ਜਾਏ ਜੋ ਮੈਂ ਜਾਣਦਾ, ਤਾਂ ਕਿ ਮਨ ਨਿਰਮਲ ਅਤੇ ਸ਼ਾਂਤ ਹੋ ਜਾਏ, ਅਤੇ ਸ਼ਾਂਤ ਮਨ ਹੀ ਨਵੇਂ ਸਵਾਲ ਦਾ ਹੱਲ ਲੱਭ ਸਕਦਾ ਹੈ, ਅਸ਼ਾਂਤ ਮਨ ਨਹੀਂ। ਅਤੇ ਜਿਸ ਮਨ 'ਚ ਬਹੁਤ ਗਿਆਨ ਭਰਿਆ ਉਹ ਬਹੁਤ ਅਸ਼ਾਂਤ ਹੁੰਦਾ ਹੈ। ਤਾਂ ਮੈਂ ਝੱਟ ਘੜੀ ਬੈਠ ਕੇ ਸਭ ਭੁਲਾ ਦਿੱਤਾ, ਅਤੇ ਜਿਵੇਂ ਹੀ ਮੈਂ ਸਭ ਭੁੱਲ ਗਿਆ, ਅਚਾਨਕ ਮੈਨੂੰ ਅੰਦਰੋਂ ਲੱਗਿਆ ਕਿ ਦਰਵਾਜ਼ਾ ਬੰਦ ਨਹੀਂ, ਦਰਵਾਜ਼ਾ ਖੁੱਲ੍ਹਾ ਹੈ। ਮੈਂ ਉੱਠਿਆ ਅਤੇ ਬਾਹਰ ਨਿਕਲ ਗਿਆ। ਮੈਨੂੰ ਪਤਾ ਹੀ ਨਹੀਂ ਹੈ ਕਿਵੇਂ ਹੋਇਆ। ਇਹ ਛੋਟੀ ਜਿਹੀ ਕਹਾਣੀ ਮੈਂ ਕਿਉਂ ਸੁਣਾਈ? ਇਹ ਕਹਾਣੀ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਜੋ ਲੋਕ ਜੀਵਨ ਦੇ ਸੱਚ ਨੂੰ ਜਾਣਨਾ ਚਾਹੁੰਦੇ ਹਨ, ਉਹ ਵੀ ਸ਼ਾਸਤਰਾਂ ਨੂੰ ਖੋਲ੍ਹ ਕੇ ਬੈਠ ਜਾਂਦੇ ਹਨ ਅਤੇ ਜੀਵਨ ਦੇ ਸੱਚ ਨੂੰ ਕਦੇ ਨਹੀਂ ਜਾਣ ਸਕਦੇ। ਜੋ ਲੋਕ ਜੀਵਨ ਨੂੰ ਜਾਣਨਾ ਚਾਹੁੰਦੇ ਹਨ, ਜੋ ਜੀਵਨ ਦੇ ਦੁਆਰ ਖੋਲ੍ਹਣਾ ਚਾਹੁੰਦੇ ਹਨ, ਉਹ ਵੀ ਕਿਤਾਬਾਂ ਅਤੇ ਸ਼ਬਦਾਂ ਨੂੰ ਲੈ ਕੇ ਬੈਠ ਜਾਂਦੇ ਹਨ ਅਤੇ ਸ਼ਬਦਾਂ ਨਾਲ ਭਰ ਜਾਂਦੇ ਹਨ, ਗਿਆਨੀ ਹੋ ਜਾਂਦੇ ਹਨ। ਲੇਕਿਨ ਗਿਆਨ ਮਿਟਦਾ ਨਹੀਂ, ਪੰਡਤ ਹੋ ਜਾਂਦੇ ਹਨ, ਲੇਕਿਨ ਅਕਲ ਦਾ ਬੂਹਾ ਨਹੀਂ ਖੁੱਲ੍ਹਦਾ। ਸਾਰੇ ਗਿਆਨ ਲੈਂਦੇ ਹਨ ਅਤੇ ਫਿਰ ਵੀ ਕੁਝ ਨਹੀਂ ਜਾਣ ਸਕਦੇ। ਬਸ ਕਿਤਾਬਾਂ ਕਿਤਾਬਾਂ, ਸ਼ਬਦ ਸ਼ਬਦ, ਸ਼ਾਸਤਰ, ਸਿਧਾਂਤ, ਇਹਨਾਂ ਦੇ ਗੇੜ 'ਚ ਪੈ ਜਾਂਦੇ ਹਨ, ਅਤੇ ਜੀਵਨ ਦਾ ਦੁਆਰ ਜੋ ਬੰਦ ਹੀ ਨਹੀਂ ਹੈ, ਬੰਦ ਰਹਿ ਜਾਂਦਾ ਹੈ। ਜੋ ਸਦਾ ਖੁੱਲ੍ਹਾ ਹੈ ਉਹ ਵੀ ਨਹੀਂ ਖੁੱਲ੍ਹਦਾ। ਉਹਨੂੰ ਖੋਲ੍ਹਣ ਲਈ ਵੀ ਇਸ ਤੀਜੇ ਆਦਮੀ ਵਰਗਾ ਬਣਨਾ ਜ਼ਰੂਰੀ ਹੈ, ਜੋ ਜਾਣਦੇ ਹੋਏ ਵੀ ਭੁੱਲ ਜਾਏ, ਜਿਹਨੂੰ ਸਿੱਖਿਆ ਹੋਇਆ ਉਹਨੂੰ ਭੁਲਾ ਦੇਵੇ, ਚੁੱਪ ਹੋ ਜਾਏ, ਮੌਨ ਹੋ ਜਾਏ, ਤਾਂ ਕਿ ਮੌਨ ਦੇ ਪਲ 'ਚ ਜੀਵਨ ਦੇ ਦੁਆਰ ਦਾ ਖੁੱਲ੍ਹਾਪਣ ਦਿਖਾਈ ਦੇ ਜਾਏ। ਇੱਕ ਬਹੁਤ ਵੱਡਾ ਸੰਗੀਤਕਾਰ ਸੀ ਜਰਮਨੀ ਵਿੱਚ, ਵੀਜ਼ਨਰ। ਉਹਦੇ ਦਰਵਾਜ਼ੇ 'ਤੇ ਸਾਰੀ ਦੁਨੀਆ ਦੇ ਸੰਗੀਤਕਾਰ ਸੰਗੀਤ ਸਿੱਖਣ ਆਉਂਦੇ ਸਨ। ਉਹਨੇ ਆਪਣੇ ਦਰਵਾਜ਼ੇ 'ਤੇ ਇੱਕ ਤਖਤੀ ਲਗਾ ਰੱਖੀ ਸੀ, ਉਸ 'ਚ ਲਿਖਿਆ ਸੀ ਕਿ ਜੋ ਲੋਕ ਸਿਰਫ ਸੰਗੀਤ ਨਹੀਂ ਜਾਣਦੇ ਉਹਨਾਂ ਦੀ ਫੀਸ ਇੰਨੀ ਹੈ, ਜੋ ਲੋਕ ਸੰਗੀਤ ਜਾਣਦੇ ਹਨ ਉਹਨਾਂ ਦੀ ਫੀਸ ਦੁੱਗਣੀ ਹੈ, ਜੋ ਬਹੁਤ ਵੱਡੇ ਪੰਡਤ ਹਨ ਉਹਨਾਂ ਨੂੰ ਤਾਂ ਮੈਂ ਸਿਖਾਉਂਦਾ ਹੀ ਨਹੀਂ ਹਾਂ। ਲੋਕ ਉਹਨੂੰ ਪੁੱਛਦੇ ਕਿ ਪਾਗਲ ਹੋ ਗਏ ਹੋ ਤੁਸੀਂ, ਜੋ ਪੰਡਤ ਹੈ ਸੰਗੀਤ ਦਾ ਉਹਨੂੰ ਨਹੀਂ ਸਿਖਾਉਂਦੇ। ਤਾਂ ਵੇਜ਼ਨਰ ਕਹਿੰਦਾ ਕਿ ਪੰਡਤ ਨੂੰ ਪਹਿਲਾਂ ਪੰਡਤਾਈ ਛੱਡਣੀ ਪੈਂਦੀ ਹੈ, ਤਦ ਉਹ ਸਿੱਖ ਸਕਦਾ ਹੈ, ਕਿਉਂਕਿ ਜਿਸ ਨੂੰ ਖਿਆਲ ਲੈ ਕੇ ਮੈਂ ਜਾਣਦਾ ਹਾਂ ਉਹ ਸਿੱਖ ਨਹੀਂ ਸਕਦਾ। ਜੋ ਲੋਕ ਕੁਝ ਸਿੱਖੇ ਹੋਏ ਹਨ ਉਹਨਾਂ ਨੂੰ ਪਹਿਲਾਂ ਭੁਲਾਉਣਾ ਪੈਂਦਾ ਹੈ ਜੋ ਸਿੱਖੇ ਹੋਏ ਹਨ, ਤਾਂ ਮਹੀਨਿਆਂ ਬੱਧੀ ਉਹਨਾਂ ਨਾਲ ਮਿਹਨਤ ਕਰਨੀ ਪੈਂਦੀ ਹੈ ਕਿ ਤੁਸੀਂ ਪੁਰਾਣਾ ਭੁੱਲ ਜਾਓ ਤਾਂ ਕਿ ਨਵਾਂ ਸਿੱਖ ਸਕੋ। ਨਵਾਂ ਸਿੱਖਣ ਲਈ ਪੁਰਾਣੇ ਦਾ ਭੁੱਲ ਜਾਣਾ ਜ਼ਰੂਰੀ ਹੈ। ਹਾਂ, ਜੋ ਨਵੇਂ ਹਨ, ਜੋ ਕੁਝ ਵੀ ਨਹੀਂ ਸਿੱਖੇ ਹਨ,
ਉਹਨਾਂ ਨੂੰ ਮੈਂ ਥੋੜ੍ਹੀ ਜਿਹੀ ਫੀਸ ਲੈ ਕੇ ਸਿਖਾ ਦਿੰਦਾ। ਉਹ ਵੇਜ਼ਨਰ ਠੀਕ ਕਹਿੰਦਾ ਸੀ। ਰਮਨ ਮਹਾਰਿਸ਼ੀ ਸਨ ਦੱਖਣ ਵਿੱਚ ਇੱਕ ਜਰਮਨ ਵਿਚਾਰਕ ਓਕਬਰਨ ਉਹਨਾਂ ਨੂੰ ਮਿਲਣ ਆਇਆ ਤੇ ਪੁੱਛਣ ਲੱਗਾ, ਮੈਂ ਈਸ਼ਵਰ ਨੂੰ ਜਾਣਨਾ ਹੈ, ਮੈਂ ਕੀ ਸਿੱਖਾਂ? ਮੈਂ ਈਸ਼ਵਰ ਨੂੰ ਜਾਣਨਾ ਹੈ। ਤਾਂ ਰਮਨ ਨੇ ਉਹਨਾਂ ਨੂੰ ਕਿਹਾ, ਸਿੱਖੋ ਨਾ। ਜੇ ਸਿੱਖੇ ਉਹਨੂੰ ਭੁੱਲ ਜਾਓ ਤਾਂ ਈਸ਼ਵਰ ਨੂੰ ਤੁਸੀਂ ਜਾਣ ਲਓਗੇ। ਅਨਲਰਨ, ਲਰਨਿੰਗ ਦੀ ਗੱਲ ਹੀ ਨਾ ਕਰੋ। ਜੇ ਤੁਸੀਂ ਜਾਣਦੇ ਹੋ ਉਹਨੂੰ ਭੁੱਲ ਜਾਓ। ਬੜੀ ਪੁੱਠੀ ਗੱਲ ਲੱਗਦੀ ਹੈ। ਉਹ ਆਦਮੀ ਬੜਾ ਹੈਰਾਨ ਹੋਇਆ। ਉਹਨੇ ਕਿਹਾ, ਮੈਂ ਜੋ ਜਾਣਦਾ ਉਹ ਵੀ ਭੁੱਲ ਜਾਵਾਂ? ਇਸ ਤਰ੍ਹਾਂ ਮੈਂ ਕਿਵੇਂ ਈਸ਼ਵਰ ਨੂੰ ਜਾਣ ਸਕਾਂਗਾ? ਰਮਨ ਨੇ ਕਿਹਾ, ਜੇ ਤੁਸੀਂ ਭੁੱਲ ਜਾਓ ਜੋ ਤੁਸੀਂ ਸਿੱਖੇ ਹੋ ਤਾਂ ਤੁਹਾਡਾ ਮਨ ਹਲਕਾ ਹੋ ਜਾਏ, ਨਿਰਭਰ ਹੋ ਜਾਏ, ਤਾਂ ਤੁਹਾਡਾ ਮਨ ਜਿਹਦੇ ਉੱਪਰ ਗਿਆਨ ਦੇ ਪੱਥਰ ਰੱਖੇ ਹਨ ਉਹ ਪੱਥਰ ਹਟ ਜਾਣ, ਤਾਂ ਤੁਹਾਡਾ ਮਨ ਇੰਨਾ ਹਲਕਾ ਹੋ ਜਾਏ ਕਿ ਤੁਸੀਂ ਉੱਪਰ ਉੱਠ ਸਕੋ। ਹਲਕਾ ਮਨ ਉੱਪਰ ਉੱਠ ਸਕਦਾ ਹੈ, ਖਾਲੀ ਮਨ ਉੱਪਰ ਉੱਠਦਾ ਹੈ। ਜਿਵੇਂ ਕਿਸੇ ਸ਼ੀਸ਼ੇ ਉੱਤੇ ਕੋਈ ਧੂੜ ਜੰਮ ਗਈ ਹੋਵੇ ਤਾਂ ਸ਼ੀਸ਼ੇ ਵਿੱਚ ਅਕਸ ਨਹੀਂ ਬਣਦਾ, ਇਵੇਂ ਮਨੁੱਖ ਦੇ ਮਨ 'ਤੇ ਜੇ ਗਿਆਨ ਦੀ ਧੂੜ ਜੰਮ ਜਾਏ ਤੇ ਧਿਆਨ ਰਹੇ ਮਨੁੱਖ ਦੇ ਮਨ ਉੱਤੇ ਇੱਕ ਹੀ ਧੂੜ ਜੰਮਦੀ ਹੈ, ਉਹ ਹੈ ਗਿਆਨ ਦੀ ਧੂੜ। ਤੇ ਜੇ ਉਹ ਜੰਮ ਜਾਏ ਤਾਂ ਮਨ ਦੇ ਸ਼ੀਸ਼ੇ 'ਚ ਪਰਮਾਤਮਾ ਦਾ ਅਕਸ ਕਦੀ ਨਹੀਂ ਬਣਦਾ। ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ, ਜੇ ਤੁਸੀਂ ਗਿਆਨੀ ਬਣੇ ਰਹੇ। ਤੇ ਅਸੀਂ ਸਾਰੇ ਗਿਆਨੀ ਹਾਂ ਕਿਉਂਕਿ ਅਸੀਂ ਸਾਰੇ ਕੁਛ ਨਾ ਕੁਛ ਜਾਣਦੇ ਹਾਂ ਬਿਨਾਂ ਕੁਛ ਜਾਣੇ। ਨਹੀਂ ਕੁਛ ਜਾਣਦੇ ਹਾਂ ਸੱਚਮੁੱਚ। ਕੀ ਜਾਣਦੇ ਹਾਂ ਅਸੀਂ? ਖੁਦ ਨੂੰ ਵੀ ਨਹੀਂ ਜਾਣਦੇ। ਤੇ ਕੁਝ ਜਾਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਜੋ ਖੁਦ ਨੂੰ ਵੀ ਨਹੀਂ ਜਾਣਦਾ ਉਹ ਹੋਰ ਕੀ ਜਾਣਦਾ ਹੋਏਗਾ? ਲੇਕਿਨ ਨਹੀਂ, ਸਾਨੂੰ ਭਰਮ ਹੈ ਕਿ ਅਸੀਂ ਬਹੁਤ ਕੁਝ ਜਾਣਦੇ ਹਾਂ। ਉਹ ਜੋ ਬਹੁਤ ਕੁਝ ਜਾਣਨ ਦਾ ਭਰਮ ਹੈ ਉਹ ਧੂੜ ਦੀ ਤਰ੍ਹਾਂ ਮਨ ਦੇ ਸ਼ੀਸ਼ੇ ਨੂੰ ਢੱਕ ਲੈਂਦਾ ਹੈ। ਉਸ ਸ਼ੀਸ਼ੇ 'ਚ ਪਰਮਾਤਮਾ ਦਾ, ਸੱਚ ਦਾ ਅਕਸ ਨਹੀਂ ਬਣਦਾ। ਤੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਈਸ਼ਵਰ ਨੂੰ ਖੋਜਣ ਵਾਲੇ ਲੋਕ, ਉਹ ਹੋਰ ਵੀ ਕਿਤਾਬਾਂ ਨਾਲ ਭਰ ਜਾਂਦੇ ਹਨ। ਇੱਕ ਸੰਨਿਆਸੀ ਈਸ਼ਵਰ ਦੀ ਖੋਜ ਵਿੱਚ ਨਿਕਲਿਆ ਹੋਇਆ ਸੀ ਤੇ ਇੱਕ ਆਸ਼ਰਮ 'ਚ ਜਾ ਕੇ ਠਹਿਰਿਆ। 15 ਦਿਨਾਂ ਤੱਕ ਉਸ ਆਸ਼ਰਮ 'ਚ ਰਿਹਾ, ਫਿਰ ਅੱਕ ਗਿਆ। ਉਸ ਆਸ਼ਰਮ ਦਾ ਜੋ ਬੁੱਢਾ ਗੁਰੂ ਸੀ ਉਹ ਕੁਝ ਥੋੜ੍ਹੀਆਂ ਜਿਹੀਆਂ ਗੱਲਾਂ ਜਾਣਦਾ ਸੀ, ਰੋਜ਼ ਉਹਨਾਂ ਨੂੰ ਦੁਹਰਾਉਂਦਾ ਸੀ। ਫਿਰ ਉਸ ਨੌਜਵਾਨ ਸੰਨਿਆਸੀ ਨੇ ਸੋਚਿਆ, ਇਹ ਗੁਰੂ ਮੇਰੇ ਯੋਗ ਨਹੀਂ, ਮੈਂ ਕਿਤੇ ਹੋਰ ਜਾਵਾਂ। ਇੱਥੇ ਤਾਂ ਥੋੜ੍ਹੀਆਂ ਜਿਹੀਆਂ ਗੱਲਾਂ ਹਨ, ਉਹਨਾਂ ਨੂੰ ਦੁਹਰਾਉਣਾ ਹੈ। ਕੱਲ੍ਹ ਸਵੇਰੇ ਆਸ਼ਰਮ ਨੂੰ ਛੱਡ ਦਿਆਂਗਾ, ਇਹ ਥਾਂ ਮੇਰੇ ਲਾਇਕ ਨਹੀਂ। ਲੇਕਿਨ ਉਸੇ ਰਾਤ ਇੱਕ ਘਟਨਾ ਵਾਪਰ ਗਈ। ਫਿਰ ਉਸ ਨੌਜਵਾਨ ਸੰਨਿਆਸੀ ਨੇ ਜੀਵਨ ਭਰ ਉਹ ਆਸ਼ਰਮ ਨਾ ਛੱਡਿਆ। ਕੀ ਹੋ ਗਿਆ? ਰਾਤ ਇੱਕ ਤੇ ਸੰਨਿਆਸੀ ਮਹਿਮਾਨ ਹੋਇਆ। ਰਾਤ ਆਸ਼ਰਮ ਦੇ ਸਾਰੇ ਦੋਸਤ ਇਕੱਠੇ ਹੋਏ, ਸਾਰੇ ਸੰਨਿਆਸੀ ਇਕੱਠੇ ਹੋਏ ਉਸ ਨਵੇਂ ਸੰਨਿਆਸੀ ਤੋਂ ਗੱਲਬਾਤ ਸੁਣਨ ਲਈ। ਉਸ ਨਵੇਂ ਸੰਨਿਆਸੀ ਨੇ ਬੜੇ ਗਿਆਨ ਦੀਆਂ ਗੱਲਾਂ ਕਹੀਆਂ, ਵੇਦਾਂ ਦੀਆਂ ਗੱਲਾਂ ਕਹੀਆਂ। ਉਹ ਇੰਨਾ ਜਾਣਦਾ ਸੀ, ਇੰਨਾ ਸੂਖਮ ਉਹਦਾ ਵਿਸ਼ਲੇਸ਼ਣ ਸੀ, ਅਜਿਹਾ ਡੂੰਘਾ ਉਹਦਾ ਗਿਆਨ ਸੀ ਕਿ 2 ਘੰਟੇ ਤੱਕ ਉਹ ਬੋਲਦਾ ਰਿਹਾ। ਸਭ ਨੇ ਮੰਤਰ ਮੁਗਧ ਹੋ ਕੇ ਸੁਣਿਆ। ਫਿਰ ਉਸ ਨੌਜਵਾਨ ਸੰਨਿਆਸੀ ਦੇ ਮਨ 'ਚ ਆਇਆ, ਗੁਰੂ ਹੋਵੇ ਤਾਂ ਐਸਾ ਹੋਵੇ, ਇਸ ਤੋਂ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਇੱਕ ਉਹ ਬੁੱਢਾ ਹੈ, ਉਹ ਚੁੱਪਚਾਪ ਬੈਠਾ ਹੈ, ਉਹਨੂੰ ਕੁਝ ਵੀ ਨਹੀਂ ਪਤਾ। ਹੁਣ ਸੁਣ ਕੇ ਉਸ ਬੁੱਢੇ ਦੇ ਮਨ 'ਚ ਬੜਾ ਦੁੱਖ ਹੁੰਦਾ ਹੋਏਗਾ, ਪਛਤਾਵਾ ਹੁੰਦਾ ਹੋਏਗਾ, ਹਿੱਠੀ ਹੁੰਦੀ ਹੋਏਗੀ ਕਿ ਮੈਂ ਕੁਛ ਨਾ ਜਾਣਿਆ ਤੇ ਇਹ ਅਜਨਬੀ ਸੰਨਿਆਸੀ ਬਹੁਤ ਕੁਝ ਜਾਣਦਾ ਹੈ। ਨੌਜਵਾਨ ਸੰਨਿਆਸੀ ਨੇ ਸੋਚਿਆ ਕਿ ਅੱਜ ਉਹ ਬੁੱਢਾ ਗੁਰੂ ਆਪਣੇ ਦਿਲ 'ਚ ਬਹੁਤ ਬਹੁਤ ਦੁਖੀ, ਹੀਨ ਅਨੁਭਵ ਕਰਦਾ ਹੋਏਗਾ। ਤਦ ਉਸ ਆਏ ਹੋਏ ਸੰਨਿਆਸੀ ਨੇ ਗੱਲ ਬੰਦ ਕੀਤੀ ਤੇ ਬੁੱਢੇ ਗੁਰੂ ਨੂੰ ਪੁੱਛਿਆ ਕਿ ਤੁਹਾਨੂੰ ਮੇਰੀਆਂ ਗੱਲਾਂ ਕਿਵੇਂ ਲੱਗੀਆਂ? ਉਹ ਬੁੱਢਾ ਗੁਰੂ ਖਿੜਖੜਾ ਕੇ ਹੱਸਣ ਲੱਗਾ ਤੇ ਕਹਿਣ ਲੱਗਾ, ਤੁਹਾਡੀਆਂ ਗੱਲਾਂ ਮੈਂ 2 ਘੰਟਿਆਂ ਤੋਂ ਸੁਣਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਤਾਂ ਕੁਝ ਬੋਲਦੇ ਹੀ ਨਹੀਂ ਹੋ, ਤੁਸੀਂ ਤਾਂ ਬਿਲਕੁਲ ਹੀ ਬੋਲਦੇ ਨਹੀਂ ਹੋ। ਉਹ ਸੰਨਿਆਸੀ ਬੋਲਿਆ, 2 ਘੰਟਿਆਂ ਤੋਂ ਮੈਂ ਬੋਲ ਰਿਹਾ, ਤੁਸੀਂ ਪਾਗਲ ਤਾਂ ਨਹੀਂ ਹੋ ਤੇ ਮੈਨੂੰ ਕਹਿੰਦੇ ਹੋ ਕਿ ਮੈਂ ਬੋਲਦਾ ਨਹੀਂ ਹਾਂ। ਉਸ ਬੁੱਢੇ ਨੇ ਕਿਹਾ, ਹਾਂ, ਤੁਹਾਡੇ ਅੰਦਰ ਗੀਤਾ ਬੋਲਦੀ ਹੈ, ਉਪਨਿਸ਼ਦ ਬੋਲਦਾ ਹੈ, ਵੇਦ ਬੋਲਦਾ ਹੈ, ਲੇਕਿਨ ਤੁਸੀਂ ਤਾਂ ਜ਼ਰਾ ਵੀ ਨਹੀਂ ਬੋਲਦੇ। ਤੁਸੀਂ ਇੰਨੀ ਦੇਰ 'ਚ ਇੱਕ ਸ਼ਬਦ ਵੀ ਨਹੀਂ ਬੋਲਿਆ, ਇੱਕ ਸ਼ਬਦ ਤੁਸੀਂ ਨਹੀਂ ਬੋਲੇ। ਸਭ ਸਿੱਖਿਆ ਹੋਇਆ ਬੋਲੇ, ਸਭ ਯਾਦ ਕੀਤਾ ਹੋਇਆ ਬੋਲੇ, ਜਾਣਿਆ ਹੋਇਆ ਇੱਕ ਸ਼ਬਦ ਤੁਸੀਂ ਨਹੀਂ ਬੋਲੇ। ਇਸ ਲਈ ਮੈਂ ਕਹਿੰਦਾ ਕਿ ਤੁਸੀਂ ਕੁਝ ਵੀ ਨਹੀਂ ਬੋਲਦੇ ਹੋ, ਤੁਹਾਡੇ ਅੰਦਰੋਂ ਕਿਤਾਬਾਂ ਬੋਲਦੀਆਂ ਹਨ। ਇੱਕ ਗਿਆਨ ਹੈ ਜੋ ਉਧਾਰਦਾ ਹੈ, ਜੋ ਅਸੀਂ ਸਿੱਖ ਲੈਂਦੇ ਹਾਂ। ਅਜਿਹੇ ਗਿਆਨ ਨਾਲ ਜੀਵਨ ਦੇ ਸੱਚ ਨੂੰ ਵੀ ਮਾਣਿਆ ਨਹੀਂ ਜਾ ਸਕਦਾ। ਜੀਵਨ ਦੇ ਸੱਚ ਨੂੰ ਸਿਰਫ ਉਹੀ ਜਾਣਦੇ ਹਨ ਜੋ ਉਧਾਰ ਦੇ ਗਿਆਨ ਤੋਂ ਖਹਿੜਾ ਛੁਡਾ ਲੈਂਦੇ ਹਨ, ਤੇ ਅਸੀਂ ਸਭ ਉਧਾਰ ਦੇ ਗਿਆਨ ਨਾਲ ਭਰੇ ਹੋਏ ਹਾਂ। ਸਾਨੂੰ ਈਸ਼ਵਰ ਦੇ ਸੰਬੰਧ 'ਚ ਪਤਾ ਹੈ ਤੇ ਈਸ਼ਵਰ ਦੇ ਸੰਬੰਧ 'ਚ ਸਾਨੂੰ ਕੀ ਪਤਾ ਹੋਏਗਾ ਜਦੋਂ ਆਪਣੇ ਸੰਬੰਧ 'ਚ ਵੀ ਪਤਾ ਨਹੀਂ ਹੈ।
ਸਾਨੂੰ ਮੋਕਸ਼ ਦੇ ਸੰਬੰਧ 'ਚ ਪਤਾ ਹੈ, ਸਾਨੂੰ ਜੀਵਨ ਦੇ ਸਾਰੇ ਸੱਚਾਂ ਦੇ ਸੰਬੰਧ 'ਚ ਪਤਾ ਹੈ, ਤੇ ਇਸ ਛੋਟੇ ਜਿਹੇ ਸੱਚ ਦੇ ਸੰਬੰਧ 'ਚ ਪਤਾ ਨਹੀਂ ਹੈ ਜੋ ਅਸੀਂ ਹਾਂ। ਆਪਣੇ ਹੀ ਸੰਬੰਧ 'ਚ ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਦੇ ਗਿਆਨ ਦਾ ਕੀ ਮੁੱਲ ਹੋ ਸਕਦਾ ਹੈ। ਲੇਕਿਨ ਅਸੀਂ ਅਜਿਹਾ ਹੀ ਗਿਆਨ ਇਕੱਠਾ ਕੀਤੀ ਫਿਰਦੇ ਹਾਂ, ਤੇ ਇਸੇ ਗਿਆਨ ਨੂੰ ਗਿਆਨ ਸਮਝ ਕੇ ਜੀ ਲੈਂਦੇ ਹਾਂ ਤੇ ਨਸ਼ਟ ਹੋ ਜਾਂਦੇ ਹਾਂ। ਆਦਮੀ ਅਗਿਆਨ 'ਚ ਪੈਦਾ ਹੁੰਦਾ ਹੈ, ਮਿੱਥਿਆ ਗਿਆਨ 'ਚ ਭਰ ਜਾਂਦਾ ਹੈ, ਗਿਆਨ ਹਾਸਲ ਹੀ ਨਹੀਂ ਹੁੰਦਾ। ਦੁਨੀਆ 'ਚ ਦੋ ਤਰ੍ਹਾਂ ਦੇ ਲੋਕ ਹਨ, ਇੱਕ ਅਗਿਆਨੀ ਤੇ ਇੱਕ ਅਜਿਹੇ ਅਗਿਆਨੀ ਜਿਨ੍ਹਾਂ ਨੂੰ ਗਿਆਨੀ ਹੋਣ ਦਾ ਭਰਮ ਹੈ। ਤੀਜੀ ਤਰ੍ਹਾਂ ਦੇ ਆਦਮੀ ਮੁਸ਼ਕਲ ਨਾਲ ਕਦੀ ਕਦੀ ਜੰਮਦੇ ਹਨ, ਲੇਕਿਨ ਜਦੋਂ ਤੱਕ ਕੋਈ ਤੀਜੀ ਤਰ੍ਹਾਂ ਦਾ ਆਦਮੀ ਨਾ ਬਣ ਜਾਏ, ਤਦ ਤੱਕ ਉਹਦੀ ਜ਼ਿੰਦਗੀ ਵਿੱਚ ਨਾ ਸੁੱਖ ਹੋ ਸਕਦਾ, ਨਾ ਸ਼ਾਂਤੀ ਹੋ ਸਕਦੀ ਹੈ, ਕਿਉਂਕਿ ਜਿੱਥੇ ਸੱਚ ਨਹੀਂ ਹੈ ਉੱਥੇ ਸੁੱਖ ਅਸੰਭਵ ਹੈ। ਸੁੱਖ ਸੱਚ ਦਾ ਪਰਛਾਵਾਂ ਹੈ। ਜਿਸ ਜੀਵਨ 'ਚ ਸੱਚ ਨਹੀਂ ਹੈ ਉੱਥੇ ਸੰਗੀਤ ਅਸੰਭਵ ਹੈ, ਕਿਉਂਕਿ ਸਾਰੇ ਸੰਗੀਤ ਸੱਚ ਦੀ ਵੀਣਾ 'ਚ ਪੈਦਾ ਹੁੰਦੇ ਹਨ। ਜਿਸ ਜੀਵਨ ਵਿੱਚ ਸੱਚ ਨਹੀਂ ਹੈ ਉਸ ਜੀਵਨ 'ਚ ਸੌਂਦਰਯ ਅਸੰਭਵ ਹੈ, ਕਿਉਂਕਿ ਸੌਂਦਰਯ ਵਸਤਰਾਂ ਦਾ ਨਾਂ ਨਹੀਂ ਹੈ ਤੇ ਨਾ ਸਰੀਰ ਦਾ ਨਾਂ ਹੈ। ਸੌਂਦਰਯ ਸੱਚ ਦੀ ਪ੍ਰਾਪਤੀ ਤੋਂ ਪੈਦਾ ਹੁੰਦੀ ਹੋਈ ਸ਼ਾਨ ਹੈ। ਤੇ ਜਿਸ ਜੀਵਨ ਵਿੱਚ ਸੱਚ ਨਹੀਂ ਹੈ ਉਹ ਜੀਵਨ ਅਸ਼ਕਤੀ ਦਾ ਜੀਵਨ ਹੋਏਗਾ, ਇੰਪੋਰਟੈਂਟ ਹੋਏਗਾ, ਅਸੱਚ ਹੋਏਗਾ, ਕਿਉਂਕਿ ਸੱਚ ਦੇ ਇਲਾਵਾ ਹੋਰ ਕੋਈ ਸ਼ਕਤੀ ਦੁਨੀਆ 'ਚ ਨਹੀਂ ਹੁੰਦੀ। ਅਸੀਂ ਸਾਰੇ ਕਰੂਪ, ਅਸੀਂ ਸਾਰੇ ਅੱਧਮਰੇ, ਅਸੀਂ ਸਾਰੇ ਸੜਦੇ ਗਲਦੇ, ਅਸੀਂ ਸਾਰੇ ਜੀਵਨ 'ਚ ਰੋਜ਼ ਮਰਨ ਦੀ ਤਰਫ ਜਾਂਦੇ ਹੋਏ ਲੋਕ। ਸਾਨੂੰ ਪਤਾ ਵੀ ਨਹੀਂ ਹੈ ਕਿ ਅਸੀਂ ਜੀ ਵੀ ਨਹੀਂ ਰਹੇ, ਕਿਉਂਕਿ ਜਦੋਂ ਤੱਕ ਸੱਚ ਨਾ ਮਿਲ ਜਾਏ ਤਦ ਤੱਕ ਕੋਈ ਜੀਵਨ ਨਹੀਂ ਹੈ। ਜਿਹਨੂੰ ਸੱਚ ਮਿਲਦਾ ਹੈ ਉਸ ਨੂੰ ਹੀ ਜੀਵਨ ਮਿਲਦਾ ਹੈ, ਕਿਉਂਕਿ ਜਿਹਨੂੰ ਸੱਚ ਨਹੀਂ ਮਿਲਦਾ ਉਹ ਮ੍ਰਿਤੂ ਵਿੱਚ ਹੀ ਜਿਉਂਦਾ ਹੈ, ਮ੍ਰਿਤੂ ਵਿੱਚ ਹੀ ਡਿੱਗਦਾ ਹੈ, ਮ੍ਰਿਤੂ ਵਿੱਚ ਹੀ ਖਤਮ ਹੁੰਦਾ ਹੈ। ਸੱਚ ਦੇ ਇਲਾਵਾ ਕੋਈ ਜੀਵਨ ਨਹੀਂ ਹੈ। ਇੱਕ ਸਮਰਾਟ ਸੀ ਇਬਰਾਹਿਮ, ਸੰਨਿਆਸ ਲੈ ਲਿਆ ਉਸ ਸਮਰਾਟ ਨੇ ਤੇ ਪਿੰਡ ਦੇ ਬਾਹਰ ਇੱਕ ਚੌਰਾਹੇ ਤੇ ਝੁੱਗੀ ਬਣਾ ਕੇ ਰਹਿਣ ਲੱਗਾ। ਪਰ ਉਸ ਝੁੱਗੀ ਪਿੱਛੇ ਰੋਜ਼ ਝਗੜੇ ਹੋ ਜਾਂਦੇ, ਕਿਉਂਕਿ ਕੋਈ ਵੀ ਆ ਕੇ ਝੁੱਗੀ ਕੋਲ ਪੁੱਛਦਾ ਕਿ ਬਸਤੀ ਦਾ ਰਾਹ ਕਿੱਥੇ ਹੈ। ਉੱਥੋਂ ਦੋ ਰਾਹ ਜਾਂਦੇ ਸੀ, ਇੱਕ ਬਸਤੀ ਵੱਲ, ਇੱਕ ਸ਼ਮਸ਼ਾਨ ਘਾਟ ਵੱਲ। ਉਸ ਫਕੀਰ ਤੋਂ ਕੋਈ ਵੀ ਪੁੱਛਦਾ ਚੌਰਾਹੇ ਤੇ, ਉਹ ਚੌਰਾਹੇ ਤੇ ਸੀ, ਹੋਰ ਕੋਈ ਚੌਰਾਹੇ ਤੇ ਸੀ ਵੀ ਨਹੀਂ, ਰਾਹ ਕਿੱਥੇ ਹੈ ਬਸਤੀ ਦਾ। ਉਹ ਫਕੀਰ ਕਹਿੰਦਾ ਖੱਬੇ ਪਾਸੇ ਚਲੇ ਜਾਓ, ਸੱਜੇ ਨਾ ਜਾਣਾ। ਸੱਜਾ ਰਾਹ ਸ਼ਮਸ਼ਾਨ ਘਾਟ ਨੂੰ ਜਾਂਦਾ ਹੈ। ਲੋਕ ਖੱਬੇ ਚਲੇ ਜਾਂਦੇ, 3 ਮੀਲ ਚੱਲ ਕੇ ਸ਼ਮਸ਼ਾਨ ਘਾਟ ਪੁੱਜ ਜਾਂਦੇ। ਤਦ ਬੜਾ ਗੁੱਸਾ ਆਉਂਦਾ ਕਿ ਇਹ ਆਦਮੀ ਕਿਹੋ ਜਿਹਾ ਹੈ। ਰਾਹ ਜਾਂਦੇ ਅਜਨਬੀ ਲੋਕਾਂ ਨੂੰ ਮਜ਼ਾਕ ਕਰਦਾ। ਮੁੜ ਕੇ 3 ਮੀਲ ਚੱਲ ਕੇ ਗੁੱਸੇ 'ਚ ਆ ਕੇ ਉਹਨੂੰ ਫੜ ਲੈਂਦੇ ਕਿ ਤੂੰ ਕਿਹੋ ਜਿਹਾ ਆਦਮੀ ਹੈ, ਤੂੰ ਇੰਨੇ ਜ਼ੋਰ ਨਾਲ ਕਿਹਾ ਕਿ ਖੱਬੇ ਜਾਓ, ਖੱਬੇ ਪਾਸੇ ਬਸਤੀ ਹੈ, ਤੇ ਅਸੀਂ ਖੱਬੇ ਪਾਸੇ ਚਲੇ ਗਏ ਤੇ ਤੂੰ ਰੋਕਿਆ ਸੀ। ਸੱਜੇ ਨਾ ਜਾਣਾ, ਸੱਜੇ ਪਾਸੇ ਗਿਆ ਸ਼ਮਸ਼ਾਨ ਘਾਟ। ਕਿਹੋ ਜਿਹੇ ਆਦਮੀ ਹੋ ਤੁਸੀਂ। ਇਬਰਾਹਿਮ ਕਹਿੰਦਾ ਹੈ ਤਾਂ ਫਿਰ ਸਾਡੀਆਂ ਪਰਿਭਾਸ਼ਾਵਾਂ ਅਲੱਗ-ਅਲੱਗ ਲੱਗਦੀਆਂ ਹਨ। ਤੁਸੀਂ ਜਿਹਨੂੰ ਬਸਤੀ ਕਹਿੰਦੇ ਹੋ ਉਹਨੂੰ ਮੈਂ ਸ਼ਮਸ਼ਾਨ ਘਾਟ ਕਹਿੰਦਾ, ਕਿਉਂਕਿ ਉੱਥੇ ਹਰ ਆਦਮੀ ਮਰਨ ਦੀ ਤਿਆਰੀ 'ਚ ਬੈਠਾ ਹੋਇਆ ਹੈ। ਅੱਜ ਮਰੇਗਾ ਕੋਈ, ਕੱਲ ਮਰੇਗਾ ਕੋਈ, ਪਰਸੋਂ ਮਰੇਗਾ ਕੋਈ, ਤੇ ਤੁਸੀਂ ਜਿਹਨੂੰ ਸ਼ਮਸ਼ਾਨ ਘਾਟ ਕਹਿੰਦੇ ਹੋ ਉਹਨੂੰ ਮੈਂ ਬਸਤੀ ਕਹਿੰਦਾ, ਕਿਉਂਕਿ ਉੱਥੇ ਜੋ ਵਸ ਗਿਆ, ਫਿਰ ਕਦੀ ਉਜੜਿਆ ਨਹੀਂ, ਫਿਰ ਕਦੀ ਉੱਥੋਂ ਜਾਂਦਾ ਨਹੀਂ। ਤਾਂ ਫਿਰ ਪਹਿਲਾਂ ਤੁਸੀਂ ਕਿਉਂ ਨਹੀਂ ਕਿਹਾ ਕਿ ਕਿਹੜੀ ਬਸਤੀ? ਕਿਉਂਕਿ ਬਸਤੀ ਦਾ ਮਤਲਬ ਹੁੰਦਾ ਹੈ ਜਿੱਥੇ ਵਸਣ ਤੇ ਉਜੜਨਾ ਨਾ ਪਵੇ। ਤਾਂ ਅਸੀਂ ਤਾਂ ਸ਼ਮਸ਼ਾਨ ਘਾਟ ਨੂੰ ਹੀ ਬਸਤੀ ਕਹਿੰਦੇ ਹਾਂ। ਜੋ ਜਾਣਦੇ ਹਨ ਉਹ ਸਾਨੂੰ ਜੀਵਤ ਨਹੀਂ ਕਹਿਣਗੇ, ਅਸੀਂ ਮਰਦੇ ਹੋਏ ਲੋਕ ਹਾਂ। ਤੇ ਕੀ ਹੈ ਸਾਡਾ ਜੀਵਨ? ਜਿਸ ਦਿਨ ਅਸੀਂ ਪੈਦਾ ਹੁੰਦੇ ਹਾਂ ਉਸੇ ਦਿਨ ਤੋਂ ਮਰਨਾ ਸ਼ੁਰੂ ਹੋ ਜਾਂਦਾ ਹੈ। ਸਾਡੀ ਪੂਰੀ ਜ਼ਿੰਦਗੀ ਮਰਨ ਦੀ ਇੱਕ ਲੰਮੀ ਪ੍ਰਕਿਰਿਆ ਹੈ, ਅ ਗ੍ਰੈਜੂਅਲ ਪ੍ਰੋਸੈਸ ਆਫ ਡੈਥ। ਹੌਲੀ ਮਰਦੇ ਜਾਣ ਦੀ ਪ੍ਰਕਿਰਿਆ ਹੈ। ਆਦਮੀ ਜਨਮ ਤੋਂ ਬਾਅਦ ਮਰਨ ਤੋਂ ਸਿਵਾਏ ਹੋਰ ਕੀ ਕਰਦਾ ਹੈ? ਲੇਕਿਨ ਅਸੀਂ ਸੋਚਦੇ ਹਾਂ ਸ਼ਾਇਦ ਮੌਤ ਆਉਂਦੀ ਹੈ। ਕਦੀ 70 ਸਾਲਾਂ ਮਗਰੋਂ। ਮੌਤ ਇਸ ਤਰ੍ਹਾਂ ਨਹੀਂ ਆਉਂਦੀ ਕਿ 70 ਸਾਲ ਬਾਅਦ ਅਚਾਨਕ ਆ ਜਾਂਦੀ ਹੈ। ਮੌਤ ਰੋਜ਼ ਨਾਲ ਚੱਲਦੀ ਹੈ। ਰੋਜ਼ ਅਸੀਂ ਮਰਦੇ ਹਾਂ, ਰੋਜ਼ ਅਸੀਂ ਬੁੱਢੇ ਹੁੰਦੇ ਹਾਂ, ਰੋਜ਼ ਕੁਝ ਜੀਵਨ ਵਿੱਚੋਂ ਖਿਸਕਦਾ ਚਲਾ ਜਾਂਦਾ ਹੈ। ਜੀਵਨ ਦੀਆਂ ਬੁਨਿਆਦਾਂ, ਜੀਵਨ ਦੀਆਂ ਇੱਟਾਂ, ਤੇ ਮੌਤ ਵੱਧਦੀ ਚਲੀ ਜਾਂਦੀ ਹੈ ਤੇ ਇੱਕ ਦਿਨ ਮੌਤ ਪੂਰੀ ਹੋ ਜਾਂਦੀ ਹੈ। ਜਿਹਨੂੰ ਅਸੀਂ ਮੌਤ ਦਾ ਆਉਣਾ ਕਹਿੰਦੇ ਹਾਂ ਉਹ ਮੌਤ ਦਾ ਆਉਣਾ ਨਹੀਂ ਹੈ, ਮੌਤ ਦਾ ਪੂਰਾ ਹੋ ਜਾਣਾ ਹੈ। ਜਿਵੇਂ ਬੀਜ ਵੱਡਾ ਹੁੰਦਾ ਹੈ ਤੇ ਦਰਖਤ ਬਣਦਾ ਹੈ, ਇੰਝ ਹੀ ਜਨਮ ਵੱਡਾ ਹੁੰਦਾ ਹੈ ਤੇ ਮੌਤ ਬਣ ਜਾਂਦਾ ਹੈ।
ਤੇ ਜਿਸ ਜਨਮ ਵਿੱਚੋਂ ਮੌਤ ਨਿਕਲਦੀ ਹੋਵੇ ਉਸ ਜਨਮ ਨੂੰ ਜੀਵਨ ਕਿਹਾ ਜਾ ਸਕਦਾ ਹੈ ਤੇ ਜਿਸ ਜਨਮ ਦਾ ਅੰਤਿਮ ਨਤੀਜਾ ਮੌਤ ਹੋਵੇ ਉਹਨੂੰ ਅਸੀਂ ਕੀ ਕਹੀਏ? ਉਹਨੂੰ ਮੌਤ ਦੀ ਲੰਮੀ ਪ੍ਰਕਿਰਿਆ ਕਹੀਏ ਜਾਂ ਜੀਵਨ ਕਹੀਏ? ਇੱਕ ਸਮਰਾਟ ਸੁੱਤਾ ਸੀ। ਉਹਨੇ ਇੱਕ ਸੁਪਨਾ ਵੇਖਿਆ। ਸੁਪਨਾ ਦੇਖਿਆ ਕਿ ਕੋਈ ਕਾਲਾ ਪਰਛਾਵਾਂ ਉਹਦੇ ਮੋਢੇ ਉੱਤੇ ਹੱਥ ਰੱਖੀ ਖੜਾ ਹੈ। ਉਹ ਬਹੁਤ ਘਬਰਾ ਗਿਆ। ਉਹਨੇ ਪੁੱਛਿਆ, ਤੂੰ ਕੌਣ ਹੈ? ਉਸ ਕਾਲੇ ਪਰਛਾਵੇਂ ਨੇ ਸੁਪਨੇ 'ਚ ਕਿਹਾ ਕਿ ਮੈਂ ਮੌਤ ਹਾਂ ਤੇ ਅੱਜ ਸ਼ਾਮ ਤੈਨੂੰ ਲੈਣ ਆਈ ਹਾਂ। ਤੂੰ ਠੀਕ ਥਾਂ ਠੀਕ ਸਮੇਂ ਤੇ ਮਿਲ ਜਾਣਾ। ਸਮੇਂ ਦਾ ਧਿਆਨ ਰੱਖਣਾ। ਸੂਰਜ ਦੇ ਡੁੱਬਦਿਆਂ ਹੀ ਧੁੱਪ ਦੇ ਜਾਂਦਿਆਂ ਹੀ। ਸਮਰਾਟ ਦੀ ਨੀਂਦ ਹੜਬੜਾਹਟ 'ਚ ਖੁੱਲ੍ਹ ਗਈ। ਮਨ ਸੀ ਕਿ ਪੁੱਛ ਲੈਂਦਾ ਮੌਤ ਕੋਲੋਂ ਕਿ ਜਗ੍ਹਾ ਤਾਂ ਦੱਸ ਦੇਵੇ ਕਿ ਉਹ ਜਗ੍ਹਾ ਕਿਹੜੀ ਹੈ। ਸਮਾਂ ਤਾਂ ਦੱਸ ਦਿੱਤਾ। ਇਸ ਲਈ ਨਹੀਂ ਕਿ ਉਸ ਜਗ੍ਹਾ 'ਤੇ ਪਹੁੰਚ ਜਾਂਦਾ, ਸਗੋਂ ਇਸ ਲਈ ਕਿ ਉਸ ਜਗ੍ਹਾ 'ਤੇ ਪਹੁੰਚਣ ਤੋਂ ਬਚਦਾ। ਕਿਤੇ ਭੁੱਲ ਚੁੱਕ ਨਾਲ ਵੀ ਉਸ ਥਾਂ ਨਾ ਪੁੱਜ ਜਾਏ। ਲੇਕਿਨ ਨੀਂਦ ਖੁੱਲ੍ਹ ਗਈ ਸੀ। ਸੁਪਨਾ ਟੁੱਟ ਗਿਆ ਸੀ। ਮੌਤ ਵਜੂਦ ਨਹੀਂ ਸੀ। ਬੜਾ ਘਬਰਾ ਗਿਆ। ਅੱਧੀ ਰਾਤ ਦਾ ਵੇਲਾ ਸੀ, ਲੇਕਿਨ ਉਸ ਵੇਲੇ ਪਿੰਡ ਵਿੱਚ ਡੌਂਡੀ ਪਿਟਵਾਤੀ। ਜੋ ਲੋਕ ਵੀ ਸੁਪਨੇ ਦੇ ਅਰਥ ਜਾਣਦੇ ਹੋਣ ਉਹ ਆ ਜਾਣ। ਅਨੇਕਾਂ ਵਿਦਵਾਨ ਸਨ। ਉਹ ਰਾਜਧਾਨੀ ਵਿੱਚ ਆ ਗਏ ਤੇ ਉਹ ਸੁਪਨੇ ਦਾ ਅਰਥ ਕੱਢਣ ਲੱਗੇ। ਹੁਣ ਪੰਡਤਾਂ ਤੋਂ ਕਿਸੇ ਵੀ ਚੀਜ਼ ਦਾ ਅਰਥ ਪੁੱਛਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ, ਕਿਉਂਕਿ ਇੱਕ ਪੰਡਤ ਇੱਕ ਅਰਥ ਦੱਸੇਗਾ ਤੇ ਉਹ ਅਰਥ ਦੂਜਾ ਪੰਡਤ ਕਦੀ ਨਹੀਂ ਦੱਸੇਗਾ। ਤੀਜਾ ਪੰਡਤ ਤਾਂ ਦੋਹਾਂ ਅਰਥਾਂ ਤੋਂ ਤੀਜਾ ਅਰਥ ਦੱਸੇਗਾ। ਪੰਡਤ ਹੋਣ ਦਾ ਮਤਲਬ ਅਲੱਗ ਹੋਣਾ ਹੁੰਦਾ ਹੈ। ਉਹ ਸਾਰੇ ਪੰਡਤ ਅਲੱਗ-ਅਲੱਗ ਅਰਥ ਕਰਨ ਲੱਗੇ। ਉਹਨਾਂ ਨੇ ਆਪਣੀਆਂ ਕਿਤਾਬਾਂ ਖੋਲ੍ਹ ਲਈਆਂ ਤੇ ਸ਼ਾਸਤਰਾਂ ਦਾ ਅਰਥ ਕੱਢਣ ਲੱਗੇ। ਸੁਬਾਹ ਹੋ ਗਈ। ਸੂਰਜ ਨਿਕਲ ਆਇਆ। ਰਾਜਾ ਘਬਰਾਉਣ ਲੱਗਾ, ਕਿਉਂਕਿ ਜਦੋਂ ਸੁਪਨੇ ਤੋਂ ਜਾਗਿਆ ਸੀ ਤਾਂ ਉਹਨੂੰ ਸੁਪਨਾ ਕੁਝ ਸਾਫ਼-ਸਾਫ਼ ਲੱਗਦਾ ਸੀ। ਪੰਡਤਾਂ ਦੀਆਂ ਗੱਲਾਂ ਸੁਣ ਕੇ ਹੋਰ ਕਨਫਿਊਜ਼, ਹੋਰ ਵੀ ਭਰਮ ਹੋ ਗਿਆ ਸੀ। ਹੁਣ ਕੁਝ ਵੀ ਸਮਝ 'ਚ ਨਹੀਂ ਸੀ ਆ ਰਿਹਾ ਕਿ ਕੀ ਮਤਲਬ ਸੀ ਸੁਪਨੇ ਦਾ। ਫਿਰ ਸੂਰਜ ਚੜ੍ਹਨ ਲੱਗਾ। ਪੰਡਤਾਂ ਦਾ ਵਿਵਾਦ ਵੀ ਸੂਰਜ ਦੇ ਨਾਲ ਵਧਣ ਲੱਗਾ। ਕਿਸੇ ਸਿੱਟੇ ਤੇ ਪਹੁੰਚਣਾ ਤਾਂ ਦੂਰ, ਉਮੀਦ ਨਾ ਰਹੀ ਕਿ ਕਿਸੇ ਨਤੀਜੇ ਤੇ ਉਹ ਪਹੁੰਚ ਜਾਣਗੇ। ਤੇ ਫਿਰ ਰਾਜੇ ਦੇ ਬੁੱਢੇ ਨੌਕਰ ਨੇ ਰਾਜੇ ਦੇ ਕੰਨ 'ਚ ਕਿਹਾ, ਮਹਾਰਾਜ, ਇਹਨਾਂ ਦੀਆਂ ਗੱਲਾਂ 'ਚ ਨਾ ਉਲਝੋ। 5-10 ਹਜ਼ਾਰ ਸਾਲਾਂ ਤੋਂ ਵੀ ਪੰਡਤ ਵਿਚਾਰ ਕਰਦੇ ਹਨ, ਲੇਕਿਨ ਕਿਸੇ ਨਤੀਜੇ ਉੱਤੇ ਕਦੀ ਨਹੀਂ ਪਹੁੰਚੇ। ਪੰਡਤ ਨਤੀਜੇ ਉੱਤੇ ਪਹੁੰਚਦੇ ਹੀ ਨਹੀਂ। ਸ਼ਾਮ ਜਲਦੀ ਹੋ ਜਾਏਗੀ, ਸੂਰਜ ਢਲ ਜਾਏਗਾ। ਪਤਾ ਨਹੀਂ ਇਸ ਇਮਾਰਤ ਵਿੱਚ ਉਸ ਕਾਲੇ ਪਰਛਾਵੇਂ ਦੇ ਦਰਸ਼ਨ ਹੋਈ ਹਨ। ਕਿਤੇ ਇਸੇ ਇਮਾਰਤ ਵਿੱਚ ਮੌਤ ਆਉਂਦੀ ਨਾ ਹੋਵੇ। ਚੰਗਾ ਤਾਂ ਇਹ ਹੈ ਪੰਡਤਾਂ ਨੂੰ ਨਿਰਣਾ ਕਰਨ ਦਿਓ। ਤੁਸੀਂ ਘੋੜੇ ਤੇ ਸਵਾਰ ਹੋ ਕੇ ਜਿੰਨੀ ਦੂਰ ਨਿਕਲ ਸਕਦੇ ਹੋ ਇਸ ਮਹਿਲ ਤੋਂ ਦੂਰ ਨਿਕਲ ਜਾਓ। ਉਸ ਰਾਜੇ ਨੇ ਕਿਹਾ, ਗੱਲ ਤਾਂ ਠੀਕ ਹੈ, ਪੰਡਤ ਨਿਰਣਾ ਬਾਅਦ ਵਿੱਚ ਵੀ ਕਰ ਲੈਣਗੇ, ਬਾਅਦ 'ਚ ਪਤਾ ਲੱਗ ਜਾਏਗਾ, ਲੇਕਿਨ ਅਜੇ ਤਾਂ ਮੈਨੂੰ ਸ਼ਾਮ ਤੋਂ ਬਚਣਾ ਚਾਹੀਦਾ। ਉਸ ਕੋਲ ਤੇਜ਼ ਘੋੜਾ ਸੀ। ਉਹਨੂੰ ਲੈ ਕੇ ਉਹ ਭੱਜਿਆ। ਕਈ ਵਾਰ ਆਪਣੀ ਪਤਨੀ ਨੂੰ ਕਿਹਾ ਸੀ, ਤੇਰੇ ਬਿਨਾਂ ਇੱਕ ਪਲ ਨਹੀਂ ਜੀ ਸਕਦਾ, ਲੇਕਿਨ ਅੱਜ ਘੋੜੇ ਤੇ ਭੱਜਦੇ ਸਮੇਂ ਪਤਨੀ ਦੀ ਕੋਈ ਯਾਦ ਨਾ ਆਈ। ਅਨੇਕਾਂ ਦੋਸਤਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੀਆਂ ਅੱਖਾਂ ਦੇ ਤਾਰੇ ਹੋ, ਤੁਸੀਂ ਤਾਂ ਮੇਰਾ ਸਾਹ ਹੋ, ਤੁਸੀਂ ਤਾਂ ਖੁਸ਼ਬੂ ਹੋ, ਤੁਸੀਂ ਨਹੀਂ ਹੋ ਤਾਂ ਕੁਝ ਵੀ ਨਹੀਂ ਹੈ। ਤੁਹਾਡੇ ਬਿਨਾਂ ਨਹੀਂ ਜੀ ਸਕਦਾ। ਅੱਜ ਕਿਸੇ ਦੋਸਤ ਦੀ ਕੋਈ ਯਾਦ ਨਾ ਆਈ। ਅੱਜ ਇੱਕ ਹੀ ਯਾਦ ਸੀ, ਆਪਣੀ। ਮੌਤ ਦੇ ਪਲ ਆਪਣੀ ਹੀ ਯਾਦ ਰਹਿ ਜਾਂਦੀ ਹੈ ਤੇ ਜ਼ਿੰਦਗੀ ਭਰ ਅਸੀਂ ਦੂਜੇ ਨੂੰ ਯਾਦ ਕਰਦੇ ਹਾਂ। ਇਸ ਲਈ ਜ਼ਿੰਦਗੀ ਫਜ਼ੂਲ ਮੁੱਕ ਜਾਂਦੀ ਹੈ। ਜੋ ਲੋਕ ਜ਼ਿੰਦਗੀ ਦੇ ਪਲ 'ਚ ਆਪਣੀ ਯਾਦ ਕਰ ਲੈਣ, ਉਹਨਾਂ ਦੀ ਜ਼ਿੰਦਗੀ ਸਾਰਥਕ ਹੋ ਜਾਂਦੀ ਹੈ। ਲੇਕਿਨ ਮਰਦੇ ਵਕਤ ਲੋਕ ਆਪਣੀ ਯਾਦ ਕਰਦੇ ਹਨ ਤੇ ਜ਼ਿੰਦਗੀ ਭਰ ਦੂਜਿਆਂ ਦੀ ਯਾਦ ਕਰਦੇ ਹਨ। ਜ਼ਿੰਦਗੀ ਬੇਕਾਰ ਹੋ ਜਾਂਦੀ ਹੈ ਤੇ ਮੌਤ ਦੇ ਪਲ 'ਚ ਕੁਝ ਕੀਤਾ ਨਹੀਂ ਜਾ ਸਕਦਾ। ਕੁਝ ਕਰਨ ਨੂੰ ਸਮਾਂ ਚਾਹੀਦਾ ਹੈ ਤੇ ਮੌਤ ਦੇ ਪਲ ਦਾ ਮਤਲਬ ਹੈ ਹੁਣ ਸਮਾਂ ਨਹੀਂ ਹੈ। ਉਹ ਆਦਮੀ ਭੱਜਿਆ। ਉਹ ਸਾਰਾ ਦਿਨ ਭੱਜਦਾ ਰਿਹਾ। ਖਾਣ ਲਈ ਨਾ ਰੁਕਿਆ, ਪਾਣੀ ਲਈ ਨਾ ਰੁਕਿਆ। ਰੁਕਣਾ ਖਤਰਨਾਕ ਸੀ। ਮਹਿਲ ਤੋਂ ਜਿੰਨੀ ਦੂਰ ਨਿਕਲ ਜਾਏ ਓਨਾ ਹੀ ਚੰਗਾ ਸੀ। ਤੇਜ਼ ਘੋੜਾ ਸੀ ਉਸ ਕੋਲ। ਸ਼ਾਮ ਹੁੰਦੇ ਹੁੰਦੇ ਸੈਂਕੜੇ ਮੀਲ ਦੂਰ ਨਿਕਲ ਗਿਆ। ਇੱਕ ਬਗੀਚੇ 'ਚ ਜਾ ਕੇ ਘੋੜਾ ਬੰਨ੍ਹਿਆ। ਸੂਰਜ ਢਲਦਾ ਜਾਂਦਾ ਸੀ। ਉਹ ਬਹੁਤ ਖੁਸ਼ ਸੀ। ਘੋੜੇ ਦੀ ਪਿੱਠ ਥਾਪੜੀ ਤੇ ਕਿਹਾ, ਸ਼ਾਬਾਸ਼, ਅੱਜ ਕਦੋਂ ਕੋਈ ਕੰਮ ਨਾ ਪਿਆ ਤਾਂ ਤੂੰ ਮੇਰੇ ਕੰਮ ਆਇਆ। ਤੂੰ ਹੀ ਮੇਰਾ ਅਸਲੀ ਦੋਸਤ ਹੈ। ਧੰਨਵਾਦ ਤੇਰਾ ਕਿ ਤੂੰ ਮੈਨੂੰ ਬਚਾ ਕੇ ਕੱਢ ਲਿਆਇਆ। ਤਦੇ ਪਿੱਛੋਂ ਕਿਸੇ ਕਾਲੇ ਪਰਛਾਵੇਂ ਨੇ ਮੋਢੇ ਤੇ ਹੱਥ ਰੱਖਿਆ। ਘਬਰਾ ਕੇ ਪਿਛਾਂਹ ਨੂੰ ਦੇਖਿਆ। ਉਹ ਪਰਛਾਵਾਂ ਤੇ ਮੌਤ ਨੇ ਕਿਹਾ, ਧੰਨਵਾਦ, ਮੈਂ ਵੀ ਤੇਰੇ ਘੋੜੇ ਨੂੰ ਦੇਣਾ ਚਾਹੁੰਦਾ। ਮੈਂ ਵੀ ਫਿਕਰਮੰਦ ਸੀ। ਇਸ ਜਗ੍ਹਾ ਤੇਰਾ ਮਰਨਾ ਲਿਖਿਆ ਸੀ। ਤੂੰ ਪਹੁੰਚ ਸਕੇਂਗਾ ਕਿ ਨਹੀਂ, ਮੈਂ ਘਬਰਾ ਰਿਹਾ ਸੀ। ਘੋੜਾ ਤੇਰਾ ਤੇਜ਼ ਹੈ ਤੇ ਠੀਕ ਸਮੇਂ ਤੇ ਠੀਕ ਜਗ੍ਹਾ ਲੈ ਆਇਆ। ਸੱਚਮੁੱਚ ਘੋੜੇ ਦਾ ਧੰਨਵਾਦ ਕਰਨਾ ਬਣਦਾ ਹੈ।
ਭੱਜਿਆ ਸਵੇਰ ਤੋਂ ਸ਼ਾਮ ਤੱਕ, ਜਿਸ ਤੋਂ ਭੱਜਿਆ ਉਸੇ ਦੇ ਮੂੰਹ 'ਚ ਪਹੁੰਚ ਗਿਆ। ਸਾਰੀ ਜ਼ਿੰਦਗੀ ਅਸੀਂ ਮੌਤ ਤੋਂ ਬਚਣਾ ਚਾਹੁੰਦੇ ਹਾਂ ਤੇ ਮੌਤ ਵਿੱਚ ਹੀ ਜਾ ਸਮਾਉਂਦੇ ਹਾਂ। ਗਰੀਬ ਦੇ ਘੋੜੇ ਵੀ ਪਹੁੰਚਾ ਦਿੰਦੇ ਹਨ, ਘਬਰਾਉਣਾ ਨਾ ਕਿ ਅਮੀਰ ਦੇ ਘੋੜੇ ਹੀ ਪਹੁੰਚਾ ਸਕਦੇ ਹਨ। ਗਰੀਬ ਦੇ ਘੋੜੇ ਵੀ ਪਹੁੰਚਾਣਗੇ ਉੱਥੇ ਜਿੱਥੇ ਅਮੀਰ ਦੇ ਘੋੜੇ ਪਹੁੰਚਾਉਂਦੇ ਹਨ। ਪੈਦਲ ਚੱਲਣ ਵਾਲੇ ਵੀ ਪਹੁੰਚ ਜਾਂਦੇ ਹਨ, ਹਵਾਈ ਜਹਾਜ਼ ਰਾਹੀਂ ਉੱਡਣ ਵਾਲੇ ਵੀ ਪਹੁੰਚ ਜਾਂਦੇ ਹਨ। ਠੀਕ ਜਗ੍ਹਾ 'ਤੇ ਠੀਕ ਸਮੇਂ 'ਤੇ ਹਰ ਆਦਮੀ ਪਹੁੰਚ ਜਾਂਦਾ ਹੈ। ਉਸ 'ਚ ਕਦੀ ਭੁੱਲ ਚੁੱਕ ਨਹੀਂ ਹੁੰਦੀ, ਕਿਉਂਕਿ ਜਨਮ ਦੀ ਸ਼ੁਰੂਆਤ ਮੌਤ ਦੀ ਸ਼ੁਰੂਆਤ ਹੈ, ਕਿਉਂਕਿ ਜਨਮ ਦੇ ਨਾਲ ਹੀ ਮਰਨਾ ਸ਼ੁਰੂ ਹੋ ਗਿਆ। ਇਸ ਨੂੰ ਅਸੀਂ ਜ਼ਿੰਦਗੀ ਕਹਿੰਦੇ ਹਾਂ। ਤਦੇ ਤਾਂ ਫਿਰ ਜ਼ਿੰਦਗੀ ਦੁੱਖ ਹੈ, ਤਦੇ ਤਾਂ ਜ਼ਿੰਦਗੀ ਇੱਕ ਪੀੜ ਹੈ, ਤਦੇ ਤਾਂ ਜ਼ਿੰਦਗੀ ਇੱਕ ਚਿੰਤਾ ਹੈ ਤੇ ਇੱਕ ਅਸ਼ਾਂਤੀ ਹੈ। ਜ਼ਿੰਦਗੀ ਕੀ ਹੈ? ਇੱਕ ਤਣਾਅ ਦੇ ਇਲਾਵਾ ਇੱਕ ਤਣਾਅ ਜਿਸ 'ਚ ਪ੍ਰਾਣ ਕੰਬਦੇ ਰਹਿੰਦੇ ਹਨ। ਨਤੀਜਾ ਦੁੱਖ, ਹੋਰ ਦੁੱਖ, ਹੋਰ ਦੁੱਖ। ਇੱਕ ਤਣਾਅ ਜਿਸ 'ਚ ਸਿਵਾਏ ਹੰਝੂਆਂ ਦੇ ਕੁਝ ਵੀ ਹੱਥ ਨਹੀਂ ਲੱਗਦਾ। ਇੱਕ ਤਣਾਅ ਜਿਸ 'ਚ ਸਿਵਾਏ ਦੁਰਘਟਨਾਵਾਂ ਦੇ ਕੋਈ ਘਟਨਾ ਹੀ ਨਹੀਂ ਵਾਪਰਦੀ। ਜ਼ਿੰਦਗੀ ਕੀ ਹੈ? ਇੱਕ ਸੁਪਨਾ, ਤੇ ਉਹ ਵੀ ਦੁਖਦਾਈ, ਨਾਈਟਮੇਅਰ। ਅਜਿਹੀ ਜ਼ਿੰਦਗੀ ਨੂੰ ਜੇ ਬਦਲਣਾ ਹੋਵੇ ਤਾਂ ਬਿਨਾਂ ਸੱਚ ਦੇ ਸਾਹਮਣੇ ਦੇ ਨਹੀਂ ਬਦਲਿਆ ਜਾ ਸਕਦਾ। ਤੇ ਜ਼ਿੰਦਗੀ ਅਜਿਹੀ ਇਸ ਲਈ ਹੈ ਕਿ ਸਾਨੂੰ ਸੱਚ ਦਾ ਕੋਈ ਵੀ ਪਤਾ ਨਹੀਂ। ਸੱਚ ਯਾਨੀ ਜੀਵਨ। ਸਾਨੂੰ ਜੀਵਨ ਦਾ ਹੀ ਕੋਈ ਪਤਾ ਨਹੀਂ। ਅਸੀਂ ਬਾਹਰ ਹੀ ਬਾਹਰ ਦੇਖਦੇ ਹਾਂ ਤੇ ਅੰਦਰ ਝਾਕਦੇ ਵੀ ਨਹੀਂ, ਜਿੱਥੇ ਜੀਵਨ ਦਾ ਮੂਲ ਸਰੋਤ ਹੈ। ਧਰਮ ਵਿਗਿਆਨ ਹੈ ਜੀਵਨ ਦੇ ਮੂਲ ਸਰੋਤ ਨੂੰ ਜਾਣਨ ਦਾ। ਧਰਮ ਮੈਥਡੋਲੋਜੀ ਹੈ, ਵਿਧੀ ਹੈ, ਵਿਗਿਆਨ ਹੈ, ਕਲਾ ਹੈ ਉਹਨੂੰ ਜਾਣਨ ਦੀ, ਜੋ ਸੱਚ ਵਿੱਚ ਜੀਵਨ ਹੈ। ਉਹ ਜੀਵਨ ਜਿਸ ਦੀ ਕੋਈ ਮੌਤ ਨਹੀਂ ਹੁੰਦੀ, ਉਹ ਜੀਵਨ ਜਿੱਥੇ ਕੋਈ ਦੁੱਖ ਨਹੀਂ ਹੈ, ਉਹ ਜੀਵਨ ਜਿੱਥੇ ਨਾ ਕੋਈ ਜਨਮ ਹੈ ਨਾ ਕੋਈ ਅੰਤ, ਉਹ ਜੀਵਨ ਜੋ ਸਦਾ ਤੇ ਸਦਾ ਸੀ ਤੇ ਸਦਾ ਰਹੇਗਾ। ਉਸ ਜੀਵਨ ਦੀ ਖੋਜ ਧਰਮ ਹੈ। ਉਸੇ ਜੀਵਨ ਦਾ ਨਾਮ ਪਰਮਾਤਮਾ ਹੈ। ਪਰਮਾਤਮਾ ਕਿਤੇ ਬੈਠਿਆ ਹੋਇਆ ਕੋਈ ਆਦਮੀ ਨਹੀਂ ਹੈ ਆਕਾਸ਼ ਵਿੱਚ। ਪਰਮਾਤਮਾ ਸਮੁੱਚੇ ਜੀਵਨ ਦਾ, ਟੋਟਲ ਲਾਈਫ ਦਾ ਇਕੱਠਾ ਨਾਂ ਹੈ। ਅਜਿਹੇ ਜੀਵਨ ਨੂੰ ਜਾਣਨ ਦੀ ਕਲਾ ਹੈ ਧਰਮ। ਲੇਕਿਨ ਅਸੀਂ ਧਰਮ ਦੇ ਨਾਮ ਤੇ ਕੀ ਜਾਣਦੇ ਹਾਂ? ਅਸੀਂ ਧਰਮ ਦੇ ਨਾਮ ਤੇ ਜਾਣਦੇ ਹਾਂ ਸ਼ਾਸਤਰ, ਅਸੀਂ ਧਰਮ ਦੇ ਨਾਮ ਤੇ ਜਾਣਦੇ ਹਾਂ ਸ਼ਬਦ, ਅਸੀਂ ਧਰਮ ਦੇ ਨਾਮ ਤੇ ਜਾਣਦੇ ਹਾਂ ਸਿਧਾਂਤ। ਕੋਈ ਗੀਤਾ ਨੂੰ ਕੰਠ ਕਰਦਾ ਹੈ, ਕੋਈ ਕੁਰਾਨ ਨੂੰ, ਕੋਈ ਬਾਈਬਲ ਨੂੰ, ਤੇ ਸੋਚ ਰਿਹਾ ਕਿ ਧਰਮ ਹੋ ਗਿਆ। ਨਹੀਂ, ਸ਼ਬਦਾਂ ਨਾਲ ਧਰਮ ਨਹੀਂ ਹੁੰਦਾ। ਜੋ ਸ਼ਬਦਾਂ ਨੂੰ ਸੱਚ ਸਮਝ ਲੈਂਦਾ ਹੈ ਉਹੋ ਜਿਹਾ ਹੀ ਆਦਮੀ ਹੈ ਜਿਹਨੂੰ ਕੰਕਰਾਂ ਪੱਥਰਾਂ ਨੂੰ ਹੀਰੇ ਮੋਤੀ ਸਮਝ ਲਿਆ ਹੋਵੇ। ਜੋ ਸ਼ਬਦਾਂ ਨੂੰ ਸੱਚ ਸਮਝ ਲੈਂਦਾ ਹੈ ਉਹ ਜਿਹਾ ਹੀ ਆਦਮੀ ਹੈ ਜਿਹਨੇ ਸ਼ਬਦਕੋਸ਼ 'ਚ ਲਿਖਿਆ ਹੋਵੇ ਘੋੜਾ ਤੇ ਉਹਨੂੰ ਘੋੜਾ ਸਮਝ ਲਿਆ। ਹੁਣ ਸ਼ਬਦਕੋਸ਼ ਦੇ ਘੋੜੇ ਉੱਤੇ ਕੋਈ ਸਵਾਰੀ ਨਹੀਂ ਕਰਦਾ। ਘੋੜਾ ਅਸਤਬਲ 'ਚ ਬੰਨਿਆ ਹੋਇਆ ਹੈ ਤੇ ਉੱਥੇ ਘੋੜਾ ਆਦਿ ਕੁਝ ਵੀ ਨਹੀਂ ਲਿਖਿਆ ਹੋਇਆ। ਉੱਥੇ ਸਿਰਫ ਘੋੜਾ ਬੰਨਿਆ ਹੋਇਆ ਤੇ ਘੋੜੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਘੋੜਾ ਵੀ ਕਿਹਾ ਜਾਂਦਾ ਹੈ। ਸ਼ਬਦਕੋਸ਼ 'ਚ ਲਿਖਿਆ ਘੋੜਾ, ਤੇ ਕਈ ਅਜਿਹੇ ਬੁੱਧੀਮਾਨ ਹਨ ਕਿ ਸ਼ਬਦਕੋਸ਼ ਉੱਤੇ ਚੜ੍ਹ ਕੇ ਸਵਾਰ ਹੋ ਜਾਣਗੇ ਤੇ ਕਹਿਣਗੇ ਘੋੜੇ ਮੈਨੂੰ ਲੈ ਚੱਲ। ਨਹੀਂ, ਲੇਕਿਨ ਸ਼ਬਦਕੋਸ਼ ਦੇ ਘੋੜੇ ਉੱਤੇ ਕੋਈ ਛੋਟਾ ਬੱਚਾ ਵੀ ਨਹੀਂ ਚੜ੍ਹਦਾ। ਲੇਕਿਨ ਸ਼ਬਦਕੋਸ਼ ਦੇ ਈਸ਼ਵਰ ਤੇ ਜ਼ਿਆਦਾਤਰ ਲੋਕ ਪੂਜਾ ਕਰਦੇ ਰਹਿੰਦੇ ਹਨ ਤੇ ਸ਼ਬਦਕੋਸ਼ ਦੇ ਈਸ਼ਵਰ ਦੇ ਸਾਹਮਣੇ ਹੱਥ ਜੋੜ ਕੇ ਖੜੇ ਰਹਿੰਦੇ ਹਨ। ਸ਼ਬਦਕੋਸ਼ ਨੂੰ ਹੀ ਸੱਚ ਸਮਝ ਲੈਂਦੇ ਹਨ, ਸ਼ਾਸਤਰ ਪੜ੍ਹ ਲੈਂਦੇ ਹਨ ਤੇ ਸਿਧਾਂਤਾਂ ਨੂੰ ਸੱਚ ਸਮਝ ਲੈਂਦੇ ਹਨ। ਇਹ ਸਾਰੇ ਦਾ ਸਾਰਾ ਗਿਆਨ ਅਜਿਹਾ ਹੀ ਹੈ ਜਿਵੇਂ ਕੋਈ ਆਦਮੀ ਤੈਰਨ ਦੇ ਸੰਬੰਧ 'ਚ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਏ ਤੇ ਤੈਰਨ ਦਾ ਜਾਣਕਾਰ ਬਣ ਜਾਏ ਤੇ ਜ਼ਰੂਰਤ ਪੈਣ ਉੱਤੇ ਤੈਰਨ ਤੇ PhD ਕਰ ਲਵੇ, ਕਿਤਾਬਾਂ ਲਿਖਣ ਬਾਰੇ ਭਾਸ਼ਣ ਦੇ ਲਵੇ। ਲੇਕਿਨ ਕਦੇ ਭੁੱਲ ਕੇ ਅਜਿਹੇ ਆਦਮੀ ਨੂੰ ਨਦੀ 'ਚ ਧੱਕਾ ਨਾ ਦੇ ਦੇਣਾ, ਕਿਉਂਕਿ ਉਹ ਆਦਮੀ ਹੋਰ ਸਭ ਕੁਝ ਕਰ ਸਕਦਾ ਹੈ, ਤੈਰ ਨਹੀਂ ਸਕਦਾ। ਕਿਤਾਬ ਤੋਂ ਪੜ੍ਹਿਆ ਹੋਇਆ ਤੈਰਨਾ ਨਦੀ 'ਚ ਕੰਮ ਨਹੀਂ ਆਉਂਦਾ। ਹਾਂ, ਤੇ ਇੱਕ ਕਿਤਾਬ ਲਿਖਣੀ ਹੋਵੇ ਤਾਂ ਕੰਮ ਪੈ ਸਕਦਾ ਹੈ। ਤੇ ਕੁਝ ਲੋਕ ਕਿਤਾਬਾਂ ਪੜ੍ਹਦੇ ਹਨ ਤੇ ਨਵੀਆਂ ਕਿਤਾਬਾਂ ਬਣਾਉਂਦੇ ਚਲੇ ਜਾਂਦੇ ਹਨ ਤੇ ਦੁਨੀਆ ਵਿੱਚ ਕਿਤਾਬਾਂ ਦਾ ਢੇਰ ਵੱਧਦਾ ਚਲਾ ਜਾਂਦਾ ਹੈ, ਲੇਕਿਨ ਗਿਆਨ ਨਹੀਂ ਵੱਧ ਰਿਹਾ। ਕਿਉਂਕਿ ਗਿਆਨ ਕਿਤਾਬਾਂ 'ਚੋਂ ਨਹੀਂ ਆਉਂਦਾ। ਗਿਆਨ ਤਾਂ ਜ਼ਿੰਦਗੀ ਦੇ ਅੰਦਰ, ਆਪਣੇ ਅੰਦਰ ਛਿਪੇ ਹੋਏ ਖੂਹ ਹਨ, ਉੱਥੋਂ ਆਉਂਦਾ ਹੈ। ਲੇਕਿਨ ਉੱਥੇ ਤਾਂ ਅਸੀਂ ਕਦੀ ਦੇਖਦੇ ਵੀ ਨਹੀਂ। ਅਸੀਂ ਤਾਂ ਬਾਹਰ ਤੋਂ ਕੂੜਾ ਕਰਕਟ ਇਕੱਠਾ ਕਰਕੇ ਅੰਦਰ ਲੈ ਜਾਂਦੇ ਹਾਂ। ਉਲਟਾ ਸਾਡਾ ਗਿਆਨ ਸਾਡੇ ਅੰਦਰ ਦੇ ਗਿਆਨ ਨੂੰ ਢੱਕ ਦਿੰਦਾ ਹੈ ਤੇ ਨਿਕਲਣ ਨਹੀਂ ਦਿੰਦਾ। ਆਦਮੀ ਦੀ ਜ਼ਿੰਦਗੀ 'ਚ ਗਿਆਨ ਉਂਝ ਹੀ ਹੈ ਜਿਵੇਂ ਪਾਣੀ ਜ਼ਮੀਨ ਦੇ ਹੇਠਾਂ ਹੈ ਤੇ ਖੂਹ ਖੋਦ ਲਓ, ਜ਼ਮੀਨ ਦੇ ਪੱਥਰ ਕੱਢ ਕੇ ਬਾਹਰ ਸੁੱਟ ਦਿਓ। ਖੂਹ ਖੋਦਣ 'ਚ ਕੋਈ ਕੀ ਕਰਦਾ ਹੈ? ਮਿੱਟੀ ਪੱਥਰ ਕੱਢ ਕੇ ਸੁੱਟ ਦਿੰਦਾ ਹੈ
ਪਾਣੀ ਪਾਣੀ ਅੰਦਰ ਹੈ। ਮਿੱਟੀ ਪੱਥਰਾਂ ਦੇ ਨਿਕਲਦੇ ਹੀ ਬਾਹਰ ਆ ਜਾਂਦਾ ਹੈ। ਖੂਹ ਕੀ ਹੈ? ਖੂਹ ਇੱਕ ਸੁਰਾਖ ਹੈ, ਇੱਕ ਐਮਪਟੀਨੈਸ, ਇੱਕ ਖਾਲੀ ਜਗ੍ਹਾ ਹੈ। ਅਸੀਂ ਇੱਕ ਖਾਲੀ ਜਗ੍ਹਾ ਬਣਾ ਦਿੱਤੀ, ਅੰਦਰ ਦਾ ਪਾਣੀ ਦਿਖਾਈ ਦੇਣ ਲੱਗਾ। ਲੇਕਿਨ ਕੁਝ ਲੋਕ ਖੂਹ ਨਹੀਂ ਬਣਾਉਂਦੇ, ਕੁਝ ਲੋਕ ਹੌਜ ਬਣਾ ਲੈਂਦੇ ਹੈ। ਹੌਜ ਬਿਲਕੁਲ ਉਲਟੀ ਚੀਜ਼ ਹੈ। ਖੂਹ ਜ਼ਮੀਨ 'ਚ ਖੋਦਣਾ ਪੈਂਦਾ ਹੈ, ਹੌਜ ਉੱਪਰ ਦੀ ਤਰਫ ਉਠਾਉਣਾ ਪੈਂਦਾ ਹੈ। ਖੂਹ 'ਚੋਂ ਮਿੱਟੀ ਪੱਥਰ ਕੱਢ ਕੇ ਸੁੱਟਣੇ ਪੈਂਦੇ ਹੈ, ਹੌਜ ਲਈ ਬਾਜ਼ਾਰ 'ਚੋਂ ਖਰੀਦ ਕੇ ਲਿਆਉਣੇ ਪੈਂਦੇ ਹੈ। ਮਿੱਟੀ ਪੱਥਰ ਲਿਆਓ, ਕੰਧ ਬਣਾ ਕੇ ਜੋੜ ਕੇ ਖੜਾ ਕਰ ਦਿਓ, ਖੂਹ ਖੋਦਿਆ ਜਾਂਦਾ ਹੈ। ਪਾਣੀ ਮੰਗਣ ਨਹੀਂ ਜਾਣਾ ਪੈਂਦਾ, ਪਾਣੀ ਆਪਣੇ ਆਪ ਆਉਂਦਾ ਹੈ। ਹੌਜ ਬਣ ਕੇ ਤਿਆਰ ਹੋ ਗਿਆ, ਹੁਣ ਪਾਣੀ ਵੀ ਲਿਆਓ। ਹੁਣ ਨੇੜੇ ਦੇ ਖੂਹ ਤੋਂ ਪਾਣੀ ਮੰਗੋ ਉਧਾਰ ਤੇ ਆਪਣੇ ਹੌਜ 'ਚ ਭਰ ਲਓ। ਵੇਖਣ 'ਚ ਹੌਜ ਤੇ ਖੂਹ ਇੱਕੋ ਜਿਹੇ ਲੱਗਦੇ ਹਨ। ਹੌਜ ਵਿੱਚ ਵੀ ਪਾਣੀ ਹੈ, ਖੂਹ 'ਚ ਵੀ ਪਾਣੀ ਹੈ, ਲੇਕਿਨ ਖੂਹ ਕੋਲ ਆਪਣਾ ਪਾਣੀ ਹੈ, ਹੌਜ ਕੋਲ ਆਪਣਾ ਪਾਣੀ ਨਹੀਂ ਹੈ। ਖੂਹ ਦੇ ਪਾਣੀ ਵਿੱਚ ਜ਼ਿੰਦਗੀ ਹੈ। ਖੂਹ ਦਾ ਪਾਣੀ ਜ਼ਿੰਦਾ ਹੈ, ਉਹਦੇ ਸਾਗਰ ਨਾਲ ਸੰਬੰਧ ਹਨ, ਉਹਦੀਆਂ ਧਾਰਾਵਾਂ ਦੂਰ ਫੈਲੀਆਂ ਹੋਈਆਂ ਹਨ, ਉਹ ਅਨੰਤ ਨਾਲ ਜੁੜਿਆ ਹੋਇਆ। ਹੌਜ ਕਿਸੇ ਨਾਲ ਵੀ ਨਹੀਂ ਜੁੜਿਆ ਹੋਇਆ, ਆਪਣੇ 'ਚ ਬੰਦ ਹੈ, ਚਾਰੇ ਪਾਸਿਓਂ ਬੰਦ ਹੈ, ਉਹਦਾ ਕਿਸੇ ਨਾਲ ਕੋਈ ਸੰਬੰਧ ਨਹੀਂ। ਖੂਹ ਚੰਗੀ ਤਰ੍ਹਾਂ ਜਾਣਦਾ ਹੈ ਪਾਣੀ ਮੇਰਾ ਨਹੀਂ ਹੈ, ਸਾਗਰ ਦਾ ਹੈ। ਹੌਜ ਜਾਣਦਾ ਹੈ ਕਿ ਪਾਣੀ ਮੇਰਾ ਹੈ। ਹੁਣ ਇਹ ਮਜ਼ਾ ਦੇਖੋ, ਹੌਜ ਕੋਲ ਸਾਰਾ ਪਾਣੀ ਉਧਾਰ ਦਾ ਹੈ, ਲੇਕਿਨ ਹੌਜ ਨੂੰ ਲੱਗਦਾ ਹੈ ਪਾਣੀ ਮੇਰਾ ਹੈ। ਖੂਹ ਕੋਲ ਪਾਣੀ ਉਧਾਰ ਦਾ ਨਹੀਂ ਹੈ, ਆਪਣਾ ਹੈ, ਲੇਕਿਨ ਖੂਹ ਜਾਣਦਾ ਹੈ ਮੇਰਾ ਕੀ ਹੈ, ਮੈਂ ਤਾਂ ਸਿਰਫ ਪ੍ਰਗਟ ਹੋਣ ਦਾ ਇੱਕ ਰਾਹ ਹਾਂ। ਪਾਣੀ ਤਾਂ ਸਾਗਰ ਦਾ ਹੈ, ਪਾਣੀ ਤਾਂ ਆਕਾਸ਼ ਦਾ ਹੈ, ਪਾਣੀ ਤਾਂ ਦੂਰ ਤੋਂ ਆਉਂਦਾ ਹੈ ਤੇ ਮੈਂ ਭਰਿਆ ਜਾਂਦਾ। ਮੈਂ ਤਾਂ ਇੱਕ ਖਾਲੀ ਥਾਂ ਹਾਂ ਜਿਸ 'ਚ ਪਾਣੀ ਪ੍ਰਗਟ ਹੁੰਦਾ ਹੈ। ਖੂਹ ਕੋਲ ਕੋਈ ਹੰਕਾਰ ਨਹੀਂ ਹੁੰਦਾ, ਹੌਜ ਕੋਲ ਹੰਕਾਰ ਹੁੰਦਾ ਹੈ। ਜੇ ਪਾਣੀ ਭਰਿਆ ਰਹੇ ਤਾਂ ਹੌਜ ਦਾ ਪਾਣੀ ਸੜਿਆਂਦ ਮਾਰੇਗਾ, ਖੂਹ ਦਾ ਪਾਣੀ ਨਹੀਂ ਸੜੇਗਾ। ਜੇ ਪਾਣੀ ਨੂੰ ਕੱਢ ਲਓ ਤਾਂ ਹੌਜ ਦਾ ਪਾਣੀ ਖਾਲੀ ਹੋ ਜਾਏਗਾ, ਹੌਜ ਨੰਗਾ ਤੇ ਖਾਲੀ ਹੋ ਜਾਏਗਾ। ਖੂਹ ਦਾ ਪਾਣੀ ਕੱਢੋ, ਪਾਣੀ ਨਵਾਂ ਭਰ ਜਾਏਗਾ। ਮੈਂ ਖੂਹ ਨੂੰ ਚੀਕਦੇ ਸੁਣਿਆ ਕਿ ਆਓ ਕੋਈ ਮੇਰਾ ਪਾਣੀ ਕੱਢ ਲਓ, ਤੇ ਹੌਜ ਵੀ ਚੀਕਦੇ ਹਨ ਤੇ ਰੋਂਦੇ ਹਨ ਕਿ ਦੂਰ ਰਹਿਣਾ, ਸਾਡਾ ਪਾਣੀ ਨਾ ਕੱਢ ਲੈਣਾ, ਲਿਆਓ ਤੇ ਥੋੜਾ ਪਾਣੀ ਪਾ ਦਿਓ। ਤੇ ਆਦਮੀ ਵੀ ਦੋ ਤਰ੍ਹਾਂ ਦੇ ਹਨ। ਇੱਕ ਹੌਜ ਦੀ ਤਰ੍ਹਾਂ ਦੇ ਆਦਮੀ ਹਨ ਜੋ ਗਿਆਨ ਉਧਾਰ ਲੈ ਕੇ ਭਰ ਲੈਂਦੇ ਹਨ ਆਪਣੀ ਖੋਪੜੇ ਵਿੱਚ, ਉਹਨਾਂ ਕੋਲ ਆਪਣਾ ਕੁਛ ਵੀ ਨਹੀਂ ਹੁੰਦਾ। ਤੇ ਇੱਕ ਉਹ ਲੋਕ ਹੁੰਦੇ ਹਨ ਜੋ ਗਿਆਨ ਉਧਾਰ ਨਹੀਂ ਮੰਗਦੇ, ਜੋ ਆਪਣੇ ਅੰਦਰੋਂ ਗਿਆਨ ਖੋਦਦੇ ਹਨ ਤੇ ਗਿਆਨ ਦਾ ਖੂਹ ਬਣਾ ਲੈਂਦੇ ਹਨ। ਗਿਆਨੀ ਉਹ ਹਨ ਜਿਨ੍ਹਾਂ ਦੇ ਅੰਦਰ ਖੂਹ ਦੀ ਤਰ੍ਹਾਂ ਪਾਣੀ ਪ੍ਰਗਟ ਹੁੰਦਾ ਹੈ। ਤੇ ਪੰਡਤ ਉਹ ਹਨ ਜੋ ਹੌਜ ਦੀ ਤਰ੍ਹਾਂ ਹਨ। ਇਸ ਲਈ ਦੁਨੀਆ 'ਚ ਪੰਡਤ ਕਦੇ ਵੀ ਸੱਚ ਨੂੰ ਨਹੀਂ ਜਾਣਦਾ। ਅਗਿਆਨੀ ਜਾਣ ਸਕਦੇ ਹਨ, ਲੇਕਿਨ ਪੰਡਤ ਨਹੀਂ ਜਾਣ ਸਕਦਾ। ਮੈਂ ਸੁਣਿਆ ਹੀ ਨਹੀਂ ਕਿ ਪੰਡਤ ਕਦੇ ਭਗਵਾਨ ਦੇ ਦਰਵਾਜ਼ੇ ਤੱਕ ਪੁੱਜਾ ਹੋਵੇ। ਅੱਜ ਤੱਕ ਨਹੀਂ ਪੁੱਜਿਆ, ਅੱਗੋਂ ਵੀ ਕਦੇ ਨਹੀਂ ਪਹੁੰਚ ਸਕਦਾ, ਕਿਉਂਕਿ ਪੰਡਤ ਕੋਲ ਸਭ ਉਧਾਰਦਾ ਹੈ। ਉਧਾਰਾ ਆਦਮੀ ਕਦੇ ਵੀ ਨਹੀਂ ਪਹੁੰਚ ਸਕਦਾ। ਸਭ ਬੋਰੋਡ ਹੈ, ਸਭ ਬਾਸੀ ਹੈ, ਸਭ ਮੁਰਦਾ ਹੈ, ਦੂਜਿਆਂ ਦੇ ਸ਼ਬਦ ਹਨ। ਅਸੀਂ ਪੰਡਤ ਬਣਨਾ ਚਾਹੁੰਦੇ ਹਾਂ ਤਾਂ ਬਹੁਤ ਸੌਖਾ ਹੈ, ਲੇਕਿਨ ਜੇ ਅਸੀਂ ਗਿਆਨ ਨੂੰ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਥੋੜ੍ਹੀਆਂ ਔਕੜਾਂ ਹਨ, ਕਿਉਂਕਿ ਪੰਡਤ ਹੋਣ ਵਿੱਚ ਇਕੱਠਾ ਕਰਨਾ ਪੈਂਦਾ ਹੈ। ਇਕੱਠਾ ਕਰਨਾ ਸੌਖਾ ਹੈ ਕਿਉਂਕਿ ਇਕੱਠਾ ਕਰਨਾ ਮਨ ਨੂੰ ਬੜਾ ਸੁੱਖ ਦਿੰਦਾ ਹੈ। ਜਿੰਨਾ ਭੰਡਾਰ ਵੱਧਦਾ ਹੈ ਉਨਾ ਲੱਗਦਾ ਹੈ ਮੈਂ ਕੁਝ ਹਾਂ। ਕਿਸੇ ਵੀ ਚੀਜ਼ ਦੇ ਇਕੱਠੇ ਹੋਣ ਨਾਲ ਆਦਮੀ ਦੀ ਈਗੋ, ਹੰਕਾਰ ਮਜ਼ਬੂਤ ਹੁੰਦਾ ਹੈ, ਲੱਗਦਾ ਹੈ ਕਿ ਮੈਂ ਕੁਝ ਹਾਂ। ਇਸ ਲਈ ਇਕੱਠਾ ਕਰਨਾ ਹਮੇਸ਼ਾ ਸੌਖਾ ਹੈ ਕਿਉਂਕਿ ਸੰਗ੍ਰਹਿ ਵਿੱਚ ਮੈਂ ਨਿਰਮਿਤ ਹੁੰਦਾ ਹੈ, ਹੰਕਾਰ ਮਜ਼ਬੂਤ ਹੁੰਦਾ ਹੈ। ਲੇਕਿਨ ਜਿਸ ਨੇ ਗਿਆਨ ਹਾਸਲ ਕਰਨਾ ਹੈ ਉਹ ਥੋੜਾ ਔਖਾ ਹੈ, ਥੋੜਾ ਸਮਾਂ ਲੈਣ ਵਾਲਾ ਹੈ, ਕਿਉਂਕਿ ਉਸ 'ਚ ਸੰਗ੍ਰਹਿ ਛੱਡਣਾ ਪੈਂਦਾ ਹੈ। ਤੇ ਧਨ ਛੱਡਣਾ ਆਸਾਨ ਹੈ, ਗਿਆਨ ਛੱਡਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਗਿਆਨ ਅੰਦਰੂਨੀ ਧਨ ਲੱਗਦਾ ਹੈ ਕਿ ਇਹੋ ਤਾਂ ਸਾਡਾ ਸਹਾਰਾ ਹੈ। ਲੇਕਿਨ ਕਦੀ ਅੰਦਰ ਝਾਕ ਕੇ ਦੇਖੋ, ਉੱਥੇ ਕੋਈ ਵੀ ਗਿਆਨ ਨਹੀਂ ਹੈ ਸਾਡੇ ਕੋਲ। ਉੱਥੇ ਅਸੀਂ ਬਿਲਕੁਲ ਖਾਲੀ ਤੇ ਅਗਿਆਨੀ ਹਾਂ। ਅਸੀਂ ਝੂਠਾ ਗਿਆਨ ਉੱਥੇ ਫੜਿਆ ਹੋਇਆ ਤੇ ਜਦੋਂ ਤੱਕ ਅਸੀਂ ਝੂਠੇ ਗਿਆਨ ਨੂੰ ਫੜੀ ਬੈਠੇ ਹਾਂ ਤਦ ਤੱਕ ਅਸੀਂ ਆਪਣੀਆਂ ਕਿਤਾਬਾਂ ਖੋਲ ਕੇ ਬੈਠੇ ਰਹਾਂਗੇ, ਪੁੱਛਦੇ ਰਹਾਂਗੇ ਈਸ਼ਵਰ ਦਾ ਦਰਵਾਜ਼ਾ ਕਿੱਥੇ ਹੈ, ਈਸ਼ਵਰ ਦਾ ਦਰਵਾਜ਼ਾ ਕਿਵੇਂ ਖੋਲੀਏ, ਕੀ ਹੈ, ਕੀ ਆਫ ਨੌਲੇਜ ਕਿੱਥੇ ਹੈ, ਗਿਆਨ ਦੀ ਕੁੰਜੀ ਕਿੱਥੇ ਹੈ, ਅਸੀਂ ਕਿੱਥੇ ਜਾਈਏ, ਕਿਸ ਨੂੰ ਪੁੱਛੀਏ, ਕਿਸ ਨੂੰ ਗੁਰੂ ਬਣਾਈਏ, ਕੌਣ ਸਾਨੂੰ ਕੁੰਜੀ ਦੇਏਗਾ ਤੇ ਅਸੀਂ ਦਰਵਾਜ਼ਾ ਖੋਲ੍ਹ ਲਵਾਂਗੇ। ਤਦ ਤੱਕ ਅਸੀਂ ਆਪਣੀਆਂ ਕਿਤਾਬਾਂ ਤੇ ਪੰਡਤਾਊਪਣੇ 'ਚ ਉਲਝੇ ਰਹਾਂਗੇ। ਲੇਕਿਨ ਇੱਕ ਰਾਹ ਹੋਰ ਵੀ ਹੈ, ਕਿਸੇ ਨੂੰ ਨਾ ਪੁੱਛੋ, ਕਿਸੇ ਦੇ ਦੁਆਰ ਨਾ ਜਾਓ, ਕਿਸੇ ਸ਼ਾਸਤਰ ਕੋਲ ਨਹੀਂ, ਨਾ ਕਿਸੇ ਗੁਰੂ ਕੋਲ, ਨਾ ਕਿਸੇ ਸ਼ਾਸਤਰ ਕੋਲ ਗਿਆਨ ਹੈ, ਨਾ ਕਿਸੇ ਗੁਰੂ ਕੋਲ ਗਿਆਨ ਹੈ। ਗਿਆਨ ਹਰੇਕ ਦੇ ਅੰਦਰ ਹੈ।
ਖੁਦ ਦੇ ਅੰਦਰ ਹੈ। ਉੱਥੇ ਹੈ ਸ਼ਾਸਤਰ, ਉੱਥੇ ਹੈ ਗੁਰੂ, ਉੱਥੇ ਖੁਦ ਪਰਮਾਤਮਾ ਬੈਠਾ ਹੋਇਆ। ਕਿਸ ਤੋਂ ਪੁੱਛ ਰਹੇ ਹੋ? ਲੇਕਿਨ ਉੱਥੇ ਜਾਣ ਲਈ ਚੁੱਪ ਹੋ ਜਾਣਾ ਪੈਂਦਾ ਹੈ। ਉੱਥੇ ਜਾਣ ਲਈ ਅੱਖਾਂ ਬੰਦ ਕਰ ਲੈਣੀਆਂ ਪੈਣਗੀਆਂ। ਉੱਥੇ ਜਾਣ ਲਈ ਸਭ ਛੱਡ ਦੇਣਾ ਪਏਗਾ ਜੋ ਅਸੀਂ ਜਾਣਦੇ ਹਾਂ। ਤੇ ਜੋ ਆਦਮੀ ਸਭ ਛੱਡਣ ਨੂੰ ਰਾਜ਼ੀ ਹੈ, ਜੋ ਗਿਆਨ ਛੱਡਣ ਨੂੰ ਰਾਜ਼ੀ ਹੈ, ਉਹ ਆਦਮੀ ਗਿਆਨ ਨੂੰ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਤਦ ਉਹ ਪਤਾ ਲਾ ਲੈਂਦਾ ਹੈ ਕਿ ਦਰਵਾਜ਼ੇ ਨੂੰ ਕੋਈ ਤਾਲਾ ਨਹੀਂ ਹੈ, ਦਰਵਾਜ਼ਾ ਖੁੱਲਾ ਹੈ। ਧੱਕਾ ਮਾਰੋ, ਦਰਵਾਜ਼ਾ ਖੁੱਲ ਜਾਂਦਾ ਹੈ। ਜੀਸਸ ਨੇ ਕਿਹਾ, ਨੌਕ and the door shall be opened unto you. ਖੜਕਾਓ ਤੇ ਦਰਵਾਜ਼ੇ ਖੋਲ ਦਿੱਤੇ ਜਾਣਗੇ। Ask and it shall be given. ਮੰਗੋ ਤੇ ਮਿਲ ਜਾਏਗਾ। ਜੀਸਸ ਤਾਂ ਕਹਿੰਦੇ ਹਨ ਖੜਕਾਓ ਤੇ ਦੁਆਰ ਖੁੱਲ ਜਾਏਗਾ। ਲੇਕਿਨ ਮੈਂ ਕਹਿੰਦਾ ਖੜਕਾਉਣ ਦੀ ਵੀ ਕੋਈ ਲੋੜ ਨਹੀਂ, ਕਿਉਂਕਿ ਦੁਆਰ ਬੰਦ ਹੀ ਨਹੀਂ ਹੈ। ਅੱਖਾਂ ਖੋਲੋ ਤਾਂ ਦਿਖੇਗਾ ਕਿ ਦੁਆਰ ਖੁੱਲ੍ਹਾ ਹੈ, ਲੇਕਿਨ ਅੱਖ ਨਹੀਂ ਖੁੱਲ੍ਹਦੀ। ਅੱਖ ਉੱਤੇ ਕਿਤਾਬਾਂ ਰੱਖੀਆਂ ਹਨ, ਅੱਖਾਂ ਉੱਤੇ ਸ਼ਾਸਤਰ ਰੱਖੇ ਹਨ। ਹਿੰਦੂਆਂ ਦੇ, ਮੁਸਲਮਾਨਾਂ ਦੇ, ਈਸਾਈਆਂ ਦੇ, ਸਭ ਦੇ ਸ਼ਾਸਤਰ ਛਾਤੀ ਤੇ ਰੱਖੇ ਹਨ ਤੇ ਹਰ ਆਦਮੀ ਸ਼ਾਸਤਰਾਂ ਹੇਠਾਂ ਦਬ ਗਿਆ। ਸਾਡੇ ਕੋਲ ਸ਼ਾਸਤਰਾਂ ਨੇ ਸਾਨੂੰ ਬੰਨੇ ਹੋਏ ਉੱਤਰ ਦੇ ਦਿੱਤੇ ਤੇ ਬੰਨੇ ਹੋਏ ਉੱਤਰ ਸਭ ਤੋਂ ਜ਼ਿਆਦਾ ਖਤਰਨਾਕ ਹਨ, ਕਿਉਂਕਿ ਉਹਨਾਂ ਦੀ ਵਜ੍ਹਾ ਕਰਕੇ ਕੋਈ ਆਦਮੀ ਆਪਣਾ ਉੱਤਰ ਨਹੀਂ ਲੱਭਦਾ। ਇੱਕ ਛੋਟੀ ਜਿਹੀ ਕਹਾਣੀ ਤੇ ਆਪਣੀ ਗੱਲ ਨੂੰ ਪੂਰੀ ਕਰ ਦਿਆਂਗਾ। ਬੰਨੇ ਹੋਏ ਉੱਤਰ ਸਭ ਤੋਂ ਜ਼ਿਆਦਾ ਖਤਰਨਾਕ ਹਨ, ਕਿਉਂਕਿ ਬੰਨੇ ਹੋਏ ਉੱਤਰ ਤੁਹਾਨੂੰ ਗਿਆਨੀ ਤਾਂ ਬਣਾ ਦਿੰਦੇ ਹਨ। ਬੰਨੇ ਹੋਏ ਉੱਤਰ ਤੁਹਾਡੀ ਚੇਤਨਾ ਨੂੰ ਕਦੀ ਵਿਕਸਿਤ ਨਹੀਂ ਹੋਣ ਦਿੰਦੇ। ਤੁਸੀਂ ਇੱਕ ਕਹਾਣੀ ਸੁਣਿਆ ਹੋਏਗਾ। ਇੱਕ ਆਦਮੀ ਸੀ, ਇੱਕ ਸੌਦਾਗਰ ਟੋਪੀਆਂ ਵੇਚਦਾ ਸੀ। ਬਾਜ਼ਾਰ ਵਿੱਚ ਜਾ ਕੇ ਇੱਕ ਦਿਨ ਪਰਤ ਰਿਹਾ ਸੀ ਟੋਪੀਆਂ ਵੇਚ ਕੇ, ਤੇ ਇੱਕ ਦਰਖਤ ਹੇਠਾਂ ਸੌਂ ਗਿਆ। ਬਾਂਦਰ ਉੱਪਰੋਂ ਉਤਰ ਆਏ, ਉਹਦੀਆਂ ਟੋਪੀਆਂ ਲਗਾ ਕੇ ਉੱਪਰ ਚੜ੍ਹ ਗਏ। ਜਦੋਂ ਉਹਦੀ ਨੀਂਦ ਖੁੱਲੀ ਤੇ ਉਹ ਹੈਰਾਨ ਹੋਇਆ, ਟੋਪੀਆਂ ਕਿੱਥੇ ਗਈਆਂ? ਉੱਪਰ ਦੇਖਿਆ ਤਾਂ ਬਾਂਦਰ ਟੋਪੀਆਂ ਲਗਾਏ ਬੈਠੇ ਸੀ। ਬੜੀ ਮੁਸ਼ਕਿਲ ਹੋਈ, ਇਹਨਾਂ ਕੋਲੋਂ ਟੋਪੀਆਂ ਕਿਵੇਂ ਵਾਪਸ ਲਈਆਂ ਜਾਣ। ਤਦ ਉਹਨੂੰ ਖਿਆਲ ਆਇਆ ਕਿ ਬਾਂਦਰ ਨਕਲਚੀ ਹੁੰਦੇ ਹਨ। ਉਹਨੇ ਆਪਣੀ ਟੋਪੀ ਕੱਢ ਕੇ ਸੁੱਟ ਦਿੱਤੀ। ਸਾਰੇ ਬਾਂਦਰਾਂ ਨੇ ਵੀ ਟੋਪੀਆਂ ਸੁੱਟ ਦਿੱਤੀਆਂ। ਉਹਨੇ ਸਾਰੀਆਂ ਟੋਪੀਆਂ ਇਕੱਠੀਆਂ ਕੀਤੀਆਂ ਤੇ ਆਪਣੇ ਘਰ ਚਲਾ ਗਿਆ। ਇੰਨੀ ਕਹਾਣੀ ਤੁਸੀਂ ਸੁਣੀ ਹੋਏਗੀ, ਲੇਕਿਨ ਇਹ ਅੱਧੀ ਕਹਾਣੀ ਹੈ। ਅੱਧੀ ਕਹਾਣੀ ਹੋਰ ਹੈ, ਉਹ ਵੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ। ਫਿਰ ਉਹ ਸੁਦਾਗਰ ਮਰ ਗਿਆ, ਉਹਦਾ ਬੇਟਾ ਸੁਦਾਗਰ ਹੋ ਗਿਆ। ਉਸ ਬੇਟੇ ਨੇ ਟੋਪੀਆਂ ਵੇਚਣੀਆਂ ਸ਼ੁਰੂ ਕੀਤੀਆਂ। ਉਹ ਬੇਟਾ ਵੀ ਉਸੇ ਦਰਖਤ ਹੇਠਾਂ ਰੁਕਿਆ। ਬਾਂਦਰ ਹੇਠਾਂ ਉਤਰੇ, ਟੋਪੀਆਂ ਲਗਾ ਕੇ ਉੱਪਰ ਚੜ੍ਹ ਗਏ। ਉਸ ਬੇਟੇ ਨੇ ਉੱਪਰ ਦੇਖਿਆ, ਉਹਨੂੰ ਆਪਣੇ ਬਾਪ ਦੀ ਕਹਾਣੀ ਯਾਦ ਆਈ। ਉਹਦੇ ਕੋਲ ਜਵਾਬ ਤਿਆਰ ਸੀ। ਉਹਨੇ ਸੋਚਿਆ ਕਿ ਬਾਪ ਨੇ ਕਿਹਾ ਸੀ ਟੋਪੀ ਸੁੱਟਣ ਨਾਲ ਸਾਰੇ ਬਾਂਦਰਾਂ ਨੇ ਟੋਪੀਆਂ ਸੁੱਟ ਦਿੱਤੀਆਂ ਸਨ। ਉਹਨੇ ਆਪਣੀ ਟੋਪੀ ਕੱਢੀ ਤੇ ਸੁੱਟ ਦਿੱਤੀ। ਲੇਕਿਨ ਬਦਕਿਸਮਤੀ ਨਾਲ ਇੱਕ ਬਾਂਦਰ ਹੇਠਾਂ ਉਤਰਿਆ ਤੇ ਉਹਦੀ ਟੋਪੀ ਲਗਾ ਕੇ ਉੱਪਰ ਚਲਾ ਗਿਆ। ਬਾਂਦਰਾਂ ਨੇ ਟੋਪੀਆਂ ਨਹੀਂ ਸੁੱਟੀਆਂ, ਕਿਉਂਕਿ ਬਾਂਦਰ ਪਹਿਲੇ ਹੀ ਮਾਮਲੇ 'ਚ ਸਮਝ ਗਏ ਸਨ ਤੇ ਉਹਨਾਂ ਨੇ ਤੈਅ ਕਰ ਲਿਆ ਸੀ ਕਿ ਹੁਣ ਕਦੀ ਭੁੱਲ ਕੇ ਵੀ ਅਜਿਹਾ ਨਹੀਂ ਕਰਨਾ। ਸੌਦਾਗਰ ਇੱਕ ਵਾਰੀ ਧੋਖਾ ਦੇ ਗਿਆ, ਲੇਕਿਨ ਬੇਟੇ ਕੋਲ ਬੰਨਿਆ ਹੋਇਆ ਉੱਤਰ ਸੀ। ਬਾਪ ਦੇ ਗਿਆਨ ਨੂੰ ਆਪਣਾ ਗਿਆਨ ਬਣਾ ਲੈਣਾ ਸੀ। ਉਹਨੇ ਉਹ ਝੰਜਟ 'ਚ ਪੈ ਗਿਆ। ਸਾਰੇ ਬੇਟੇ ਬਾਪ ਦੇ ਗਿਆਨ ਨੂੰ ਆਪਣਾ ਗਿਆਨ ਬਣਾ ਕੇ ਝੰਜਟ 'ਚ ਪੈ ਜਾਂਦੇ ਹਨ, ਕਿਉਂਕਿ ਗਿਆਨ ਕਦੀ ਵੀ ਕਿਸੇ ਦੂਜੇ ਦਾ ਨਹੀਂ ਬਣ ਸਕਦਾ। ਗਿਆਨ ਕਦੀ ਵੀ ਉਧਾਰ ਦਾ ਨਹੀਂ ਹੁੰਦਾ। ਗਿਆਨ ਉਧਾਰ ਦਾ ਹੋ ਹੀ ਨਹੀਂ ਸਕਦਾ। ਜੋ ਉਧਾਰ ਦਾ ਹੈ ਉਹ ਗਿਆਨ ਤੋਂ ਵੀ ਬਦਤਰ ਹੈ। ਲੇਕਿਨ ਅਸੀਂ ਸਾਰੇ ਉਧਾਰ ਦੇ ਗਿਆਨ ਨਾਲ ਭਰੇ ਹੋਏ ਹਾਂ। ਸਾਰੇ ਬਾਪ ਦਾਦਿਆਂ ਦੇ ਉੱਤਰ ਹਨ, ਸਭ ਯਾਦ ਕੀਤੇ ਹੋਏ ਹਨ ਅਸੀਂ। ਕ੍ਰਿਸ਼ਨ ਦਾ, ਮਹਾਵੀਰ ਦਾ, ਬੁੱਧ ਦਾ, ਕ੍ਰਾਈਸਟ ਦਾ, ਸਾਰੇ ਉੱਤਰ ਸਾਨੂੰ ਯਾਦ ਹਨ। ਇਹਨਾਂ ਉੱਤਰਾਂ ਕਾਰਨ ਸਾਨੂੰ ਆਪਣਾ ਉੱਤਰ ਨਹੀਂ ਲੱਭ ਰਿਹਾ। ਇਸ ਲਈ ਅਸੀਂ ਜ਼ਿੰਦਗੀ ਨੂੰ ਬਿਨਾਂ ਜਾਣੇ ਜਿਉਂਦੇ ਹਾਂ ਤੇ ਮਰ ਜਾਂਦੇ ਹਾਂ। ਇਸ ਲਈ ਜ਼ਿੰਦਗੀ ਇੱਕ ਖੂਬਸੂਰਤ ਨਹੀਂ, ਇਸ ਲਈ ਜ਼ਿੰਦਗੀ ਇੱਕ ਸੁਗੰਧ ਨਹੀਂ, ਇਸ ਲਈ ਜ਼ਿੰਦਗੀ ਇੱਕ ਜਿੱਤਿਆ ਹੋਇਆ ਸੰਗੀਤ ਨਹੀਂ, ਇਸ ਲਈ ਜ਼ਿੰਦਗੀ ਕਲ ਕਰਦਾ ਝਰਨਾ ਨਹੀਂ। ਜ਼ਿੰਦਗੀ ਇੱਕ ਬੰਦ ਤਲਾਬ ਹੋ ਗਈ ਹੈ। ਇਸ ਬੰਦ ਤਲਾਬ 'ਚ ਅਸੀਂ ਸੜ ਗਏ ਹਾਂ, ਗਲ ਗਏ ਹਾਂ। ਚਾਰੇ ਪਾਸੇ ਬਦਬੂ ਫੈਲ ਰਹੀ ਹੈ। ਜੀਵਨ ਦੇ ਚਾਰੇ ਪਾਸੇ ਜੀਵਨ ਉਦਾਸ ਹੋ ਗਿਆ। ਅਜਿਹੀ ਉਦਾਸ ਜ਼ਿੰਦਗੀ ਨੂੰ ਬਦਲਣ ਲਈ ਕੁਝ ਕੀਤਾ ਜਾਣਾ ਜ਼ਰੂਰੀ ਹੈ। ਕੀ ਕਰ ਸਕਦੇ ਹੋ? ਉਧਾਰੇ ਗਿਆਨ ਨੂੰ ਛੱਡੋ, ਆਪਣੇ ਅੰਦਰ ਝਾਕੋ ਜਿੱਥੇ ਅਸਲੀ ਗਿਆਨ ਦੇ ਸੋਮੇ ਮੌਜੂਦ ਹਨ। ਮੇਰੀਆਂ ਗੱਲਾਂ ਨੂੰ ਜੋ ਕਿ ਬੜੀ ਮੁਸ਼ਕਿਲ ਨਾਲ ਮੈਂ ਕਹਿ ਸਕਿਆ ਤੇ ਪੂਰੀਆਂ ਨਹੀਂ ਕਰ ਸਕਿਆ, ਫਿਰ ਵੀ ਤੁਸੀਂ ਇੰਨੀ ਗੱਲਬਾਤ ਕਰਨ ਵਾਲੇ ਲੋਕਾਂ ਦੇ ਵਿੱਚ ਇਹ ਮੌਕਾ ਪਹਿਲੀ ਵਾਰ ਹੈ ਮੇਰੀ ਜ਼ਿੰਦਗੀ 'ਚ ਅਜਿਹਾ
ਤੁਹਾਡੇ ਪਿੰਡ ਨੂੰ ਯਾਦ ਰੱਖਾਂਗਾ। ਫਿਰ ਵੀ ਮੇਰੀਆਂ ਗੱਲਾਂ ਨੂੰ ਕਿਸੇ ਤਰ੍ਹਾਂ ਸੁਣ ਲਿਆ, ਇਹਦੇ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਅੰਤ ਵਿੱਚ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਨਾ। ਮੇਰਾ ਪ੍ਰਣਾਮ ਸਵੀਕਾਰ ਕਰੋ। ਧੰਨਵਾਦ।